ਸਤਿਨਾਮ ਵਾਹਿਗੁਰੂ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਕਿਰਪਾ ਕਰੋ ਦੀਨ ਕੇ ਦਾਤੇ, ਸੋ ਕਹੋ ਟਲ ਗੁਰ ਸੇਵੀਐ, ਅਨਸ ਸਹਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਈ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹੰਦ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਪਹਿਲਾ, ਜਿਨ ਕੋ ਭਾਂਡੈ ਭਾਓ, ਤਿਨਾ ਸਵਾਰ ਸੀ। ਸੂਖੀ ਕਰੈ ਪਸਾਓ, ਦੁਖ ਵਿਸਾਰ ਸੀ। ਸਹਸਾ ਮੂਲੇ ਨਾਹੇ, ਸਰ ਪਰ ਤਾਰ ਸੀ। ਜਿਨ ਕੋ ਭਾਂਡੈ ਭਾਓ, ਤਿਨਾ ਸਵਾਰ ਸੀ। ਸੂਖੀ ਕਰੈ ਪਸਾਓ, ਦੁਖ ਵਿਸਾਰ ਸੀ। ਸਹਸਾ ਮੂਲੇ ਨਾਹੇ, ਸਰ ਪਰ ਤਾਰ ਸੀ। ਤਿਨਾ ਮਿਲਿਆ ਗੁਰ ਆਏ, ਜਿਨ ਕੋ ਲਿਖਿਆ। ਅੰਮ੍ਰਿਤ ਹਰਿ ਕਾ ਨਾਉ, ਦੇਵਾ ਦੀਖਿਆ। ਚਾਲਹਿ ਸਤਿਗੁਰ ਭਾਏ, ਭਵਹਿ ਨਾ ਭੀਖਿਆ। ਜਾਂ ਕੋ ਮਹਿਲ ਹਜੂਰ, ਦੂਜੇ ਨਿਵਾ ਕਿਸ। ਦਰ ਦਰਵਾਣੀ ਨਾਹੇ, ਮੂਲੇ ਪੁੱਛ ਤਿਸ। ਛੁਟੈ ਤਾਂ ਕੈ ਬੋਲ, ਸਾਹਿਬ ਨਦਰ ਜਿਸ। ਕੱਲੇ ਆਣੇ ਆਪ, ਜਿਸ ਨਾਹੀ ਦੂਜਾ ਮਤਾ ਕੋਏ।
ਢਾਹੇ ਉਸਾਰੇ ਸਾਜ, ਜਾਣੈ ਸਭ ਸੋਏ। ਨਾਉ ਨਾਨਕ ਬਖਸੀਸ, ਨਦਰੀ ਕਰਮ ਹੋਏ। ਕੱਲੇ ਆਣੇ ਆਪ, ਜਿਸ ਨਾਹੀ ਦੂਜਾ ਮਤਾ ਕੋਏ। ਢਾਹੇ ਉਸਾਰੇ ਸਾਜ, ਜਾਣ ਸਭ ਸੋਏ। ਨਾਉ ਨਾਨਕ ਬਖਸੀਸ, ਨਦਰੀ ਕਰਮ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ, ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਬਖਸ਼ਿਸ਼ ਕਰਕੇ ਇਸ ਸੰਸਾਰਕ ਪਦਾਰਥਵਾਦੀ ਮਾਹੌਲ ਵਿੱਚੋਂ ਸਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਮਹਿਰਾਮਤ ਕਰਕੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਨਿਦਾਰ ਬਖਸ਼ਿਸ਼ ਕੀਤੇ ਹਨ, ਉੱਥੇ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਸਤਿਗੁਰ ਜੀਆਂ ਨੇ ਅੰਮ੍ਰਿਤ ਵੇਲੇ ਇਸ ਪਾਵਨ ਪਵਿੱਤਰ ਸਥਾਨ ਤੋਂ ਸ਼੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ, ਜਿਸ ਦੀ ਵਿਚਾਰ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ। ਅੱਜ ਦਾ ਪਾਵਨ ਸ਼੍ਰੀ ਮੁੱਖ ਵਾਕ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੂਹੀ ਰਾਗ ਅੰਦਰ ਪੰਜਵਾਂ ਸ਼ਬਦ ਹੈ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਰਾਗ ਦੀ ਆਰੰਭਤਾ ਵਿੱਚ ਵੀ ਹਿਰਦੇ ਰੂਪੀ ਭਾਂਡੇ ਦੀ ਗੱਲ ਕੀਤੀ। ਹੁਣ ਪੰਜਵੇਂ ਸ਼ਬਦ ਵਿੱਚ ਵੀ ਮਹਾਰਾਜ ਜੀ ਹਿਰਦੇ ਰੂਪ ਭਾਂਡੇ ਦੀ ਉਦਾਹਰਨ ਦਿੰਦੇ, ਔਰ ਸਾਧ ਸੰਗਤ ਇਸ ਤੋਂ ਅੱਗੇ ਜੋ ਛੇਵਾਂ ਸ਼ਬਦ ਆਏਗਾ ਉਹਦੇ ਵਿੱਚ ਵੀ ਮਹਾਰਾਜ ਜੀ ਇਹ ਹਿਰਦੇ ਦਾ ਭਾਂਡਾ ਕਿਵੇਂ ਸ਼ੁੱਧ ਹੁੰਦਾ ਹੈ ਉਸ ਬਾਰੇ ਬਖਸ਼ਿਸ਼ ਕਰਨਗੇ। ਪਹਿਲਾ ਸ਼ਬਦ ਭਾਂਡਾ ਤੋਏ ਵੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਸਤਿਗੁਰ ਜੀ ਹਿਰਦੇ ਰੂਪੀ ਭਾਂਡੇ ਦੀ ਕਿਵੇਂ ਸ਼ੁੱਧ ਹੋਣਾ ਹੈ, ਕਰਨਾ ਕੀ ਹੈ, ਉਸ ਤੋਂ ਬਾਅਦ ਫਿਰ ਅਗਲੀ ਅਵਸਥਾ ਕੀ ਹੈ, ਇਹ ਸਭ ਕੁਝ ਬਖਸ਼ਿਸ਼ ਕਿਰਪਾ ਕਰ ਰਹੇ ਹਨ। ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਹਿਰਦੇ ਰੂਪੀ ਭਾਂਡੇ ਵਿੱਚ ਪ੍ਰੇਮ ਪੈਦਾ ਹੋਣ ਤੋਂ ਬਾਅਦ ਅੱਗੇ ਫਿਰ ਕੀ ਕਹਾਣੀ ਤੁਰਦੀ ਹੈ ਉਸ ਬਾਰੇ ਪਾਤਸ਼ਾਹ ਜੀ ਸਮਝਾ ਰਹੇ ਹਨ। ਆਓ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪ੍ਰਥਮ ਇੱਕ ਵਾਰ ਕਰੋ ਕਿਰਪਾਲਤਾ, ਬਖਸ਼ੋ ਅਸੀਸ ਤੇ ਹਾਜ਼ਰੀ ਲਾਓ। ਦੂਰ ਦੁਰੇਡੇ ਘਰਾਂ ਦੇਸ਼ ਵਿਦੇਸ਼ਾਂ ਵਿੱਚ ਜੁੜ ਬੈਠੀਆਂ ਸੰਗਤਾਂ PTC ਚੈਨਲ ਦੇ ਮਾਧਿਅਮ ਰਾਹੀਂ ਮਨ ਚਿਤ ਜੋੜ ਕੇ ਜੋ ਹਾਜ਼ਰੀਆਂ ਲਾ ਰਹੇ ਹੋ, ਆਓ ਕਰੋ ਕਿਰਪਾਲਤਾ, ਲਾਓ ਹਾਜ਼ਰੀ, ਬਖਸ਼ੋ ਅਸੀਸ। ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾਲਤਾ ਜੀ ਸਤਨਾਮ। ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਜਿਨ ਕੋ ਭਾਂਡੈ ਭਾਉ ਤਿਨਾ ਸਵਾਰ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਸਾਧ ਸੰਗਤ ਸਰਵਣ ਭਗਤੀ ਦੇ ਨਾਲ ਨਾਲ ਆਪਾਂ ਸਤ ਸੰਗਤ ਵਿੱਚ ਬੈਠੇ ਹਾਂ, ਰਸਨਾ ਦੁਆਰਾ ਜਪ ਭਗਤੀ ਵੀ ਕਰ ਸਕਦੇ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਵਿੱਚ ਭਾਉ ਦਾ ਅਰਥ ਹੈ ਪ੍ਰੇਮ, ਭਾਉ ਪੈਦਾ ਹੋਇਆ, ਪ੍ਰੇਮ ਪੈਦਾ ਹੋਇਆ, ਉਹਨਾਂ ਦੇ ਜੀਵਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਵਾਰ ਦਿੱਤਾ, ਸ਼ਿੰਗਾਰ ਦਿੱਤਾ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਨਜ਼ਰ ਵਿੱਚ ਦਰਗਾਹ ਵਿੱਚ ਸੋਹਣੇ ਹੋ ਗਏ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਪੈਦਾ ਹੋਇਆ। ਹੁਣ ਸਵਾਲ ਇਹ ਪੈਦਾ ਹੁੰਦਾ, ਪ੍ਰੇਮ ਕਿਵੇਂ ਪੈਦਾ ਹੋਵੇ? ਸਾਧ ਸੰਗਤ ਭਾਉ ਪ੍ਰੇਮ ਕੀਤਾ ਨਹੀਂ ਜਾਂਦਾ, ਉਹ ਆਪਣੇ ਆਪ ਉਪਜਦਾ ਹੈ। ਪਰ ਉਹਦੇ ਵਾਸਤੇ ਕੋਈ ਨਾ ਕੋਈ ਸ਼ੁਰੂਆਤ ਹੈ ਜਿੱਥੋਂ ਕਰਨੀ ਪਏਗੀ। ਮਨੁੱਖ ਨੂੰ ਬੂਟਾ ਲਾਉਣਾ ਪੈਂਦਾ, ਫਿਰ ਉਹਨੂੰ ਪਾਣੀ ਪਾਉਣਾ ਪੈਂਦਾ, ਬੀਜਣ ਲੱਗਿਆਂ ਰੁੱਤ ਦਾ ਖਿਆਲ ਰੱਖਣਾ ਪੈਂਦਾ। ਪਰ ਜਦੋਂ ਉਸ ਦੀ ਜੜ ਲੱਗ ਜਾਏ ਤਾਂ ਸਾਧ ਸੰਗਤ ਟਾਹਣੀਆਂ ਨੂੰ ਫੁੱਲ ਅਤੇ ਫਲ ਉਹ ਬੰਦੇ ਨੂੰ ਨਹੀਂ ਲਾਉਣੇ ਪੈਂਦੇ, ਉਹ ਆਪਣੇ ਆਪ ਪੈਦਾ ਹੁੰਦੇ ਹਨ। ਉਹ ਫਿਰ ਟਾਹਣੀਆਂ ਨਾਲ ਫੁੱਲ ਕੁਰੰਬਲਾਂ ਆਪਣੇ ਆਪ ਫੁੱਟਦੀਆਂ ਹਨ, ਉਹਦੇ ਵਿੱਚ ਬੰਦੇ ਦਾ ਕੋਈ ਯੋਗਦਾਨ ਨਹੀਂ। ਹਾਂ, ਰੁੱਤ ਵੇਖ ਕੇ ਬੂਟਾ ਲਾਉਣਾ, ਉਹਨੂੰ ਪਾਣੀ ਪਾਉਣਾ, ਇਹ ਮਨੁੱਖ ਦੀ ਪਹਿਲੀ ਪ੍ਰਕਿਰਿਆ, ਉਸ ਦਾ ਕਰਮ ਹੈ। ਜਿਵੇਂ ਹੁਣ ਬਰਸਾਤ ਸ਼ੁਰੂ ਹੋਈ ਤਾਂ ਸਾਵਣ ਦੇ ਮਹੀਨੇ ਲੋਕ ਬਹੁਤ ਬੂਟੇ ਲਾਉਂਦੇ, ਔਰ ਤੁਸੀਂ ਹੈਰਾਨ ਹੋਵੋਗੇ ਕਿਤੇ ਉਂਝ ਵੀ ਕੋਈ ਬੀਜ ਡਿੱਗਿਆ ਹੋਵੇ, ਧਰਤੀ ਉਪਜਾਊ ਹੋਵੇ, ਤਾਂ ਇਸ ਮਹੀਨੇ ਰੁੱਤ ਵਿੱਚ ਆਪਣੇ ਆਪ ਬੂਟੇ ਉੱਗ ਖੜਦੇ। ਤਾਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਭਾਈ ਰੁੱਤ ਦਾ ਖਿਆਲ, ਔਰ ਫਿਰ ਉਸ ਬੂਟੇ ਨੂੰ ਬੀਜਣ ਤੋਂ ਬਾਅਦ ਉਹਨੂੰ ਸਮੇਂ ਸਿਰ ਕੁਝ ਸਮਾਂ ਪਾਣੀ ਦੇ। ਉਸ ਤੋਂ ਬਾਅਦ ਫਿਰ ਤੇਰੇ ਕਰਮ ਦੀ ਜ਼ਰੂਰਤ ਨਹੀਂ, ਆਪਣੇ ਆਪ ਉਹ ਜੜ ਲੱਗਣ ਤੋਂ ਬਾਅਦ ਬੂਟਾ ਫਲੀਭੂਤ ਹੁੰਦਾ ਹੈ। ਫਿਰ ਕੁਰੰਬਲਾਂ, ਫੁੱਲ ਅਤੇ ਫਲ, ਉਸ ਦੀਆਂ ਟਾਹਣੀਆਂ ਆਪਣੇ ਆਪ ਵੱਧਦੀਆਂ ਹਨ। ਉਹਦੇ ਵਿੱਚ ਬੰਦੇ ਦਾ ਆਪਣਾ ਕੋਈ ਵੀ ਫਿਰ ਯੋਗਦਾਨ ਨਹੀਂ। ਇਸ ਤਰ੍ਹਾਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਭਾਉ ਜਿਨ੍ਹਾਂ ਦੇ ਅੰਦਰ ਪੈਦਾ ਹੋ ਜਾਏ ਤਾਂ ਹੁਣ ਉਹ ਭਾਉ ਤੱਕ ਪਹੁੰਚਣ ਵਾਸਤੇ ਕੋਈ ਨਾ ਕੋਈ ਤਾਂ ਪ੍ਰਕਿਰਿਆ ਹੋਏਗੀ ਨਾ, ਕਿਉਂਕਿ ਪ੍ਰੇਮ ਸਿੱਧਾ ਪੈਦਾ ਨਹੀਂ ਹੋਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਹੀ ਜਵਾਬ ਹਨ। ਸਾਧ ਸੰਗਤ 'ਤੇ ਮੈਂ ਤੁਹਾਨੂੰ ਆਪਣਾ ਤਜਰਬਾ ਜਾਂ ਫਿਰ ਆਪਣੇ ਦੁਆਰਾ ਕੋਈ ਇਸ ਤਰ੍ਹਾਂ ਦਾ ਉਪਦੇਸ਼ ਨਹੀਂ, ਇਹ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਹੀ ਆਪਾਂ ਵਿਚਾਰ ਕਰ ਰਹੇ। ਹੋ ਸਕਦਾ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹਨ ਜਿਹੜੀਆਂ ਅਸੀਂ ਗੁਰਬਾਣੀ ਵਿੱਚੋਂ ਪੜ੍ਹ ਕੇ ਸੁਣਾ ਦਿੰਦੇ, ਸਾਨੂੰ ਹੁਕਮ ਹੈ, ਪਰ ਸਾਧ ਸੰਗਤ ਉਹ ਚੀਜ਼ਾਂ ਆਪਣੇ ਉੱਤੇ ਅਜੇ ਐਪਲੀਕੇਬਲ ਨਹੀਂ ਹੋਈਆਂ। ਇਹ ਜ਼ਰੂਰੀ ਨਹੀਂ ਕਿ ਜਿੱਥੋਂ ਦੀ ਕੋਈ ਟਿਕਟ ਕੱਟ ਕੇ ਦੇ ਰਿਹਾ ਉਹ ਪਹਿਲਾਂ ਬੰਦਾ ਉੱਥੇ ਗਿਆ ਹੋਵੇ। ਹਾਂ, ਉਹਦੀ ਕੱਟੀ ਹੋਈ ਟਿਕਟ ਉਹਨੂੰ ਉਹ ਸ਼ਹਿਰ ਵਿੱਚ ਜ਼ਰੂਰ ਪਹੁੰਚਾ ਦਿੰਦੀ। ਇਸ ਤਰ੍ਹਾਂ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਜੋ ਬਾਣੀ ਵਿੱਚ ਕਿਹਾ, ਆਪਾਂ ਗੁਰਮੁਖਤਾਈ ਤੌਰ 'ਤੇ ਵਿਚਾਰਨ ਵਾਸਤੇ ਬੈਠੇ। ਭਾਉ ਕਿਵੇਂ ਪੈਦਾ ਹੋਵੇ, ਉਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੋ ਤਾਂ ਸਾਧ ਸੰਗਤ ਪਹਿਲੀ ਕਲਾਸ, ਪਹਿਲਾ ਸਟੈਪ ਹੈ ਜਪ। ਪਾਤਸ਼ਾਹ ਕਹਿਣਗੇ ਬਾਰ-ਬਾਰ ਜਪ, ਲਗਾਤਾਰ ਜਪ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ, ਮੂਲ ਮੰਤਰ, ਵਾਹਿਗੁਰੂ ਸ਼ਬਦ ਜਾਂ ਫਿਰ ਸਤਿਗੁਰ ਦੀ ਬਾਣੀ, ਇਹਨੂੰ ਬਾਰ-ਬਾਰ ਜਪਦਿਆਂ ਉਸ ਤੋਂ ਬਾਅਦ ਫਿਰ ਅਗਲਾ ਸਟੈਪ, ਅਗਲੀ ਕਲਾਸ ਸ਼ੁਰੂ ਹੋਏਗੀ ਜਾਪ ਦੀ। ਇਹਨੂੰ ਥੋੜ੍ਹਾ ਧਿਆਨ ਨਾਲ ਸਮਝਣਾ, ਸ਼ਾਇਦ ਆਪਣੀ ਜ਼ਿੰਦਗੀ ਵਿੱਚ ਕਿਤੇ ਕੰਮ ਆਵੇ ਜੇ ਅਧਿਆਤਮ ਦੇ ਰਸਤੇ ਉੱਤੇ ਤੁਰੀਏ।
ਪਹਿਲਾਂ ਜਪ, ਉਹਦੇ ਵਾਸਤੇ ਮਹਾਰਾਜ ਜੀ ਨਿਰੰਤਰ ਕਹਿਣਗੇ। ਫਿਰ ਜਪਣਾ ਕਿਸ ਨੂੰ ਹੈ, ਉਹ ਵੀ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਕਿਹਾ, ਉਹਨੂੰ ਜਪ ਜਿਹੜਾ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਸਦੀਵੀ ਕਾਲ ਪਹਿਲਾਂ ਵੀ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ, ਜਿਹੜਾ ਕਰਨ ਕਾਰਨ ਪ੍ਰਭ ਏਕ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪ। ਔਰ ਫਿਰ ਮਹਾਰਾਜ ਕਹਿਣਗੇ ਨਿਰੰਤਰ ਜਪ, ਵਾਰ-ਵਾਰ ਜਪ। ਇਹ ਨਹੀਂ ਵੀ ਇੱਕ ਦਿਨ ਜਪਿਆ 4 ਦਿਨ ਛੱਡ ਦਿੱਤਾ। ਜਪਣ ਦੀ ਵੀ ਟੈਕਨੀਕ ਮਹਾਰਾਜ ਜੀ ਇਸ ਤਰ੍ਹਾਂ ਸਿੱਖ ਨੂੰ ਉਪਦੇਸ਼ ਕਰਨਗੇ, ਭਾਈ ਇਸ ਤਰ੍ਹਾਂ ਜਪਣਾ ਹੈ ਜਿਵੇਂ ਮੋਲੇ ਧਾਰ ਵਰਖਾ ਪੈ ਰਹੀ ਹੋਵੇ, ਫਿਰ ਬਹੁਤ ਗਹਿਰਾਈ ਤੱਕ ਧਰਤੀ ਸਿੰਜੀ ਜਾਂਦੀ। ਇਸ ਤਰ੍ਹਾਂ ਜਪਣਾ ਹੈ ਜਿਵੇਂ ਕਿਸੇ ਮੈਦਾਨੇ ਜੰਗ ਦੇ ਅੰਦਰ ਲਗਾਤਾਰ ਕੋਈ ਗੋਲੀ ਚੱਲ ਰਹੀ ਹੋਵੇ। ਤਾਂ ਉਸ ਜੰਗ ਦਾ ਇੱਕ ਨਿਯਮ ਹੈ, ਜਦੋਂ ਕੋਈ ਪਾਸਾ ਦੁਸ਼ਮਣ ਉੱਤੇ ਭਾਰੀ ਪੈ ਜਾਏ ਤਾਂ ਸਾਧ ਸੰਗਤ ਜੰਗ ਦਾ ਨਿਯਮ ਹੈ, ਉਹਦੇ ਵਿੱਚ ਉਹ ਸਪੇਸ ਨਹੀਂ ਫਿਰ ਦਿੰਦੇ। ਜਦੋਂ ਤੁਸੀਂ ਆਪਣੀ ਸਪੇਸ ਦਿੱਤੀ, ਦੁਸ਼ਮਣ ਤੁਹਾਡੇ ਤੇ ਭਾਰੀ ਹੋ ਜਾਏਗਾ। ਇਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਨਿਰੰਤਰ ਜਪ, ਵਾਰ-ਵਾਰ ਜਪ, ਲਗਾਤਾਰ ਜਪ, ਹਰ ਰੋਜ਼ ਕੰਟੀਨਿਊ ਇੱਕ ਰਸ। ਔਰ ਰੋਜ਼ ਜਪਦਿਆਂ ਫਿਰ ਇੱਕ ਦਿਨ ਅਵਸਥਾ, ਅਗਲੀ ਕਲਾਸ ਸ਼ੁਰੂ ਹੁੰਦੀ ਹੈ ਜਾਪ। ਜਾਪ ਦਾ ਅਰਥ ਹੈ ਜਿੱਥੇ ਜਪਣਾ ਨਹੀਂ ਪੈਂਦਾ, ਆਪਣੇ ਆਪ ਫਿਰ ਜਾਪ ਹੋ ਰਿਹਾ ਹੈ। ਜਿੱਥੇ ਤੁਹਾਨੂੰ ਉਦਮ ਬਹੁਤ ਘੱਟ ਕਰਨਾ ਪੈਂਦਾ ਹੈ, ਕਰਮ ਆਪਣੇ ਆਪ ਸ਼ੁਰੂ ਹੋ ਜਾਂਦਾ ਹੈ। ਉਹ ਇਸ ਤਰ੍ਹਾਂ ਜਿਵੇਂ ਜੜ ਲੱਗ ਗਈ ਹੈ, ਹੁਣ ਪਾਣੀ 2-4 ਦਿਨ ਨਾ ਵੀ ਪਵੇ ਤਾਂ ਉਹਦੇ ਵਿਚਲੀ ਜਿਹੜੀ ਗਿੱਲ ਹੈ ਧਰਤੀ ਦੀ, ਉਹ ਬੂਟੇ ਨੂੰ ਫਲੀਭੂਤ ਕਰਦੀ ਰਹਿੰਦੀ। ਉਹਦੀਆਂ ਜੜ੍ਹਾਂ ਆਪਣੇ ਆਪ ਧਰਤੀ ਵਿੱਚੋਂ ਨਵੀਂ ਕਲੋਰੋਫਿਲ ਖਿੱਚਣੀਆਂ ਸ਼ੁਰੂ ਕਰ ਦਿੰਦੀ। ਇਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਜਪਦਿਆਂ ਮਨ ਜਦੋਂ ਟਿਕਣ ਲੱਗ ਜਾਏ, ਪਰ ਉਹ ਅਵਸਥਾ ਬਹੁਤ ਲਗਾਤਾਰ ਕੰਟੀਨਿਊ ਜਪਣਾ ਪੈਂਦਾ, ਬੜਾ ਜ਼ੋਰ ਲੱਗ ਗਿਆ। ਜਿਹਨੂੰ ਮਹਾਰਾਜ ਬਾਣੀ ਅੰਦਰ ਕਹਿਣਗੇ, ਕਬੀਰ ਕੇਸੋ ਕੇਸੋ ਕੁਕੀਐ ਨਾ ਸੋਈਐ ਆਸਾਰ। ਪਹਿਲਾਂ ਨੀਂਦ ਵੀ ਤਿਆਗਣੀ ਪੈਣੀ ਹੈ, ਥੋੜਾ ਜਿਹਾ ਸਰੀਰ ਨਾਲ ਜ਼ੋਰ ਕਰਨਾ ਪੈਣਾ। ਇਹਨੇ ਨੀਂਦ ਨੇ ਢਾਉਣਾ, ਪਰ ਤੂੰ ਨਿਰੰਤਰ ਉੱਠਣਾ। ਇਹਨੇ ਤੈਨੂੰ ਆਲਸ ਪੈਦਾ ਕਰਨਾ, ਮਾਇਆ ਨੇ ਤੇਰੇ ਅੱਗੇ ਬਹੁਤ ਕੁਝ ਖੜਾ ਕਰਨਾ। ਜਿਵੇਂ ਦਿਨ ਦਾ ਚੜਾਓ ਹੁੰਦਾ ਹੈ, ਮਾਇਆ ਦਾ ਪ੍ਰਭਾਵ ਵੱਧਦਾ ਹੈ। ਇਸ ਲਈ ਜਿਹੜੇ ਗੁਰਮੁਖ ਪਿਆਰੇ ਹਨ, ਉਹ ਦਿਨ ਚੜ੍ਹਨ ਤੋਂ ਪਹਿਲਾਂ ਇਸ ਕਾਰਜ ਨੂੰ ਕਰਦੇ ਨੇ। ਤਾਂ ਸਤਿਗੁਰੂ ਜੀ ਨੇ ਬਚਨ ਕਿਹਾ, ਭਾਈ ਇਸ ਤਰ੍ਹਾਂ ਜਪ ਕਿ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੁਕਨੇ, ਕਬਹੂ ਕੇ ਸੁਣੈ ਪੁਕਾਰ। ਕਹਿੰਦੇ ਕਦੇ ਨਾ ਕਦੇ ਪੁਕਾਰ ਸੁਣੀ ਜਾਏਗੀ, ਪਰ ਤੂੰ ਇਸ ਤਰ੍ਹਾਂ ਜਪ ਕਿ ਦਿਨ ਰਾਤ ਉਹਦੇ ਵਿੱਚ ਗੈਬ ਨਹੀਂ ਪੈਣਾ ਚਾਹੀਦਾ। ਹਰ ਵਕਤ ਤੁਰਦਿਆਂ ਫਿਰਦਿਆਂ, ਤੈਨੂੰ ਪਤਾ ਹੈ ਅੱਧਾ ਘੰਟਾ ਘਰ ਤੋਂ ਦੁਕਾਨ ਤੱਕ ਲੱਗਣਾ, ਤਾਂ ਤੇਰਾ ਘੱਟੋ ਘੱਟ ਇੱਕ ਜਪਜੀ ਸਾਹਿਬ ਤੇ ਹੋਣਾ ਚਾਹੀਦਾ ਹੈ। ਇੰਨਾ ਕਿਸ ਤਰੀਕੇ ਨਾਲ ਜਦੋਂ ਤੂੰ ਜਪਣਾ ਸ਼ੁਰੂ ਕਰਦਾ ਹੈ, ਫਿਰ ਸਾਧ ਸੰਗਤ ਜਾਪ ਸ਼ੁਰੂ ਹੋ ਜਾਂਦਾ। ਜਦੋਂ ਤੁਸੀਂ ਜਾਪ ਸਾਹਿਬ ਦਾ ਪਾਠ ਕਰੋਗੇ, ਉਹਦੇ ਵਿੱਚ ਕੀ ਹੈ, ਜ਼ਿਆਦਾਤਰ 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਹਰ ਚੀਜ਼ ਨੂੰ ਨਮਸਕਾਰ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਅੰਧਕਾਰੇ। ਹਰ ਚੀਜ਼ ਨੂੰ ਨੈਗੇਟਿਵ ਪੋਜ਼ਿਟਿਵ ਨਮਸਕਾਰ। ਦੁੱਖ ਨੂੰ, ਸੁੱਖ ਨੂੰ, ਹਰਖ ਨੂੰ, ਸੋਗ ਨੂੰ, ਭਾਵ ਜੋ ਕੁਝ ਵੀ ਸਿੱਖ ਦੇ ਜੀਵਨ ਵਿੱਚ ਆਵੇ। ਤਾਂ ਜਾਪ ਦਾ ਅਰਥ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਝੁਕਿਆ ਰਹਿੰਦਾ। ਮਹਾਰਾਜ ਵੀ ਤੇਰੀ ਦਾਤ ਹੈ। ਸਤਿਗੁਰੂ ਜੀ ਦੁੱਖ ਸੁੱਖ ਹਰਖ ਸੋਗ ਘਾਟੇ ਵਾਧੇ, ਰੋਗ ਬਿਮਾਰੀ ਤੰਦਰੁਸਤੀ, ਤਾਂ ਫਿਰ ਉਹ ਸਦਾ ਹੀ ਨਮਸਕਾਰ ਵਿੱਚ ਜੁੜਿਆ ਰਹਿੰਦਾ। ਉਹਨੂੰ ਕਹਿੰਦੇ ਨੇ ਜਾਪ। ਜਪ ਤੋਂ ਬਾਅਦ ਫਿਰ ਜਾਪ ਸ਼ੁਰੂ ਹੁੰਦਾ ਹੈ, ਔਰ ਜਾਪ ਤੋਂ ਬਾਅਦ ਸਾਧ ਸੰਗਤ ਫਿਰ ਤੀਜੀ ਅਵਸਥਾ ਮਹਾਰਾਜ ਨੇ ਬਾਣੀ ਅੰਦਰ ਕਹੀ, ਤਿਆਗ ਪੈਦਾ ਹੁੰਦਾ ਉਹਦੇ ਜੀਵਨ ਵਿੱਚ। ਕਿਉਂਕਿ ਜਾਪ ਤੋਂ ਬਾਅਦ ਬਹੁਤ ਕੁਝ ਆਉਣਾ ਸਿੱਖ ਦੇ ਕੋਲ, ਪ੍ਰਭਤਾ, ਵਡਿਆਈ, ਮਾਣ, ਸਨਮਾਨ, ਔਰ ਕਈ ਚੀਜ਼ਾਂ ਰੂਪ ਬਦਲ ਕੇ ਅੱਗੇ ਆਉਣਗੀਆਂ। ਉਹ ਫਿਰ ਉਸ ਜਗ੍ਹਾ ਤੇ ਰੁਕਾਵਟ ਪੈਦਾ ਹੋ ਸਕਦੀ। ਉੱਥੇ ਮਹਾਰਾਜ ਜੀ ਨੇ ਕਿਹਾ ਤਿਆਗ ਕਰ, ਹੁਣ ਜੋ ਕੁਝ ਆਉਂਦਾ ਇਹਨੂੰ ਤਿਆਗ ਦੇ, ਜੋ ਕੁਝ ਸਾਹਮਣੇ ਆਉਂਦਾ ਉਹ ਤੋਂ ਲੰਘ ਜਾ, ਉੱਥੇ ਰੁਕੀ ਨਾ। ਬੜਾ ਕੁਝ ਆਉਣਾ ਪਰ ਤੂੰ ਰੁਕਣਾ ਨਹੀਂ। ਤਾਈਓ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਸ਼ਬਦ ਹੈ, ਉਹਦੇ ਵਿੱਚ ਮਹਾਰਾਜ ਜੀ ਨੇ ਬਹੁਤ ਪ੍ਰਮੁੱਖ 4 ਗੱਲਾਂ ਕਹੀਆਂ। ਕਹਿੰਦੇ ਆ ਤਾਂ ਫਿਰ ਜਾਪ ਤੋਂ ਬਾਅਦ ਆਉਣੀਆਂ ਨੇ। ਮਹਾਰਾਜ ਕੀ ਚੀਜ਼ਾਂ ਆਉਣਗੀਆਂ? ਤਾਂ ਸਤਿਗੁਰੂ ਜੀ ਕਹਿੰਦੇ, ਮੋਹਣੀ ਮੁਖ ਮਣੀ ਸੋ ਹੈ, ਕਰੇ ਰੰਗ ਪਸਾਓ। ਪਰ ਤੂੰ ਰੁਕਣਾ ਨਹੀਂ।
ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿਤ ਨਾ ਆਵੇ ਨਾਉ। ਤੈਨੂੰ ਸੰਸਾਰ ਸੋਹਣਾ ਲੱਗਣ ਲੱਗ ਪੈਣਾ ਪਰ ਤੂੰ ਬਚਣਾ। ਤੂੰ ਜਾਪ ਤੋਂ ਬਾਅਦ ਤੈਨੂੰ ਇੰਜ ਲੱਗਣਾ ਹੈ ਕਿ ਮਾਇਆ ਤਾਂ ਬਹੁਤ ਸੋਹਣੀ ਹੈ, ਭਾਈ ਆ ਧਨ ਮਾਇਆ ਮੈਨੂੰ ਮਿਲ ਜਾਏ, ਆ ਵੀ ਚੀਜ਼ ਮਿਲ ਜਾਏ, ਕਿਉਂਕਿ ਉਹ ਲੋਕ ਤੇਰੇ ਇਰਦ ਗਿਰਦ ਘੁੰਮਣੇ ਸ਼ੁਰੂ ਹੋ ਜਾਣਗੇ। ਤਾਂ ਪਾਤਸ਼ਾਹ ਕਹਿੰਦੇ ਰੁਕਾਵਟ ਹੈ। ਫਿਰ ਜਾਪ ਤੋਂ ਬਾਅਦ ਇਹ ਵੀ ਹੋ ਸਕਦਾ ਜੋ ਤੂੰ ਸੋਚੇ ਉਹ ਹੋਣ ਲੱਗ ਜਾਏ, ਜੋ ਤੂੰ ਜ਼ੁਬਾਨ ਤੋਂ ਕਦੇ ਕਹਿੰਦਾ ਉਹ ਹੋ ਜਾਏ ਕੰਮ। ਤਾਂ ਉੱਥੇ ਮਹਾਰਾਜ ਨੇ ਕਿ ਇੱਥੇ ਵੀ ਰੁਕਣਾ ਨਹੀਂ, ਤਿਆਗ ਕਰਨੇ ਇਹਨਾਂ ਚੀਜ਼ਾਂ ਦਾ। ਸਿੱਧ ਹੋਵਾਂ ਸਿੱਧ ਲਾਈ ਰਿਦ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖੇ ਭਾਵ। ਮਤ ਦੇਖ ਭੁੱਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਉ। ਤਾਂ ਹਜ਼ੂਰ ਕਹਿੰਦੇ ਭਾਈ ਤਿਆਗੀ ਚੱਲ। ਤਿਆਗਣ ਦਾ ਭਾਵ ਹੈ ਉਹਦੇ ਉੱਤੇ ਰੁਕਣਾ ਨਹੀਂ ਹੈ, ਰਹਿਣਾ ਸੰਸਾਰ ਵਿੱਚ ਹੀ ਹੈ। ਪੁੱਤਰ ਧੀਆਂ ਪਦਾਰਥ ਮਾਇਆ ਜਾਇਦਾਦ ਵਧਣੀ ਸ਼ੁਰੂ ਹੋਏਗੀ ਪਰ ਤੂੰ ਰੁਕੇਗਾ ਨਹੀਂ, ਸ਼ੁਕਰਾਨੇ ਵਿੱਚ ਅੱਗੇ ਤੁਰਨਾ। ਫਿਰ ਜਦੋਂ ਤਿਆਗ ਦੀ ਚਰਨ ਸੀਮਾ ਤੇ ਕੋ ਪਹੁੰਚਦਾ ਹੈ ਸਾਧ ਸੰਗਤ, ਫਿਰ ਚੌਥੀ ਕਲਾਸ ਅਵਸਥਾ ਸ਼ੁਰੂ ਹੁੰਦੀ ਹੈ, ਉਹਨੂੰ ਮਹਾਰਾਜ ਕਹਿੰਦੇ ਨੇ ਬੈਰਾਗ। ਫਿਰ ਉਹਦੇ ਅੰਦਰ ਬੈਰਾਗ ਪੈਦਾ ਹੁੰਦਾ ਹੈ, ਕਿਉਂਕਿ ਇਸ ਜਾਪ ਤੋਂ ਤਿਆਗ ਦੇ ਵਿਚਕਾਰ ਇੱਕ ਬਹੁਤ ਵੱਡੀ ਮੁਸ਼ਕਲ ਆਉਂਦੀ ਹੈ। ਕਈ ਵਾਰ ਉਹ ਚੀਜ਼ ਤੁਸੀਂ ਤਿਆਗਣੀ ਚਾਹੁੰਦੇ ਹੋ ਪਰ ਤੁਹਾਡੇ ਕੋਲੋਂ ਤਿਆਗੀ ਨਹੀਂ ਚਾਹੁੰਦੀ, ਤੁਸੀਂ ਛੱਡਣਾ ਚਾਹੁੰਦੇ ਹੋ, ਤੁਹਾਡੇ ਕੋਲੋਂ ਉਹ ਚੀਜ਼ ਛੁੱਟਦੀ ਨਹੀਂ। ਤਾਂ ਸਾਧ ਸੰਗਤ ਜਦੋਂ ਇਹ ਅਵਸਥਾ ਬਣ ਜਾਏ, ਤੁਸੀਂ ਮਾਇਆ ਛੱਡਣੀ ਚਾਹੁੰਦੇ ਹੋ ਪਰ ਉਹ ਤੁਹਾਨੂੰ ਛੱਡ ਨਹੀਂ ਰਹੀ, ਤੁਸੀਂ ਔਗਣ ਤਿਆਗਣਾ ਚਾਹੁੰਦੇ ਹੋ ਪਰ ਉਹ ਤਿਆਗ ਨਹੀਂ ਹੋ ਰਿਹਾ। ਕੁਝ ਚੀਜ਼ਾਂ ਆਪਾਂ ਛੱਡਣੀਆਂ ਚਾਹੁੰਦੇ ਨੇ, ਉਹ ਛੁੱਟ ਨਹੀਂ ਰਹੀਆਂ। ਤਾਂ ਸਾਧ ਸੰਗਤ ਉੱਥੇ ਫਿਰ ਇੱਕ ਚੀਜ਼ ਹੈ, ਜੇ ਉਹ ਜਾਪ ਵਿੱਚ ਅਰਦਾਸ ਕਰਦਿਆਂ ਜਾਪ ਵੱਧ ਜਾਏ ਤਾਂ ਉਸ ਜਗ੍ਹਾ ਉੱਤੇ ਵੈਰਾਗ ਪੈਦਾ ਹੁੰਦਾ। ਫਿਰ ਸਿੱਖ ਆਪਣੇ ਮਨ ਦੀ ਅਵਸਥਾ ਰੋ ਕੇ ਰੱਬ ਨੂੰ ਕਹਿੰਦਾ। ਔਰ ਇਹਦੇ ਵਿਚਕਾਰ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਆਪਣੇ ਮਨ ਦੀ ਅਵਸਥਾ ਕਿਸੇ ਗੁਰਮੁਖ ਨਾਲ ਵੀ ਸ਼ੇਅਰ ਕਰੋ, ਕਿਸੇ ਜਪਣ ਵਾਲੇ ਨੂੰ ਵੀ ਕਹਿ ਸਕੋ। ਕਿਸੇ ਸੁਹਾਗਣ ਦੇ ਕੋਲੋਂ ਕੋਈ ਭੈਣ ਪੁੱਛਦੀ ਹੈ, ਭੈਣੇ ਮੇਰੀ ਗ੍ਰਸਤੀ ਵਿੱਚ ਆ ਰੁਕਾਵਟ ਆ ਰਹੀ ਹੈ, ਮੈਨੂੰ ਕੀ ਕਰਨਾ ਚਾਹੀਦਾ ਹੈ? ਤੇ ਸਾਧ ਸੰਗਤ ਜਦੋਂ ਉਹ ਗੁਣ ਪਕੜ ਵਿੱਚ ਆ ਜਾਏ ਤਾਂ ਫਿਰ ਉਹ ਘਰ ਵਸ ਜਾਂਦਾ ਹੈ, ਸੰਤਾਨ ਵੱਧਦੀ ਹੈ। ਇਸ ਤਰ੍ਹਾਂ ਮਹਾਰਾਜ ਜੀਆਂ ਨੇ ਬਚਨ ਕਹੇ। ਉੱਥੇ ਫਿਰ ਸਖੀਆਂ ਸਹੇਲੀਆਂ ਨੂੰ ਪੁੱਛਣ ਦੀ ਅਵਸਥਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਈ। ਇੱਕ ਸ਼ਬਦ ਤੇ ਬੜਾ ਮਕਬੂਲ ਹੈ, ਤੁਸੀਂ ਹਰ ਰੋਜ਼ ਸੁਣਦੇ ਪੜ੍ਹਦੇ ਰਹਿੰਦੇ ਹੋ। ਕਹਿੰਦੇ ਨੇ ਇੱਕ ਸੁਹਾਗਣ ਦੂਜੀ ਸੁਹਾਗਣ ਤੋਂ ਪੁੱਛਦੀ ਹੈ, ਭੈਣੇ ਮੈਨੂੰ ਆਹ ਰੁਕਾਵਟ ਆ ਰਹੀ ਹੈ, ਦੱਸ ਹੁਣ ਪਤੀ ਵਸ ਵਿੱਚ ਕਿਵੇਂ ਆਵੇ? ਮੈਂ ਕੁਝ ਸੰਸਾਰ ਦਾ ਤਿਆਗਣਾ ਚਾਹੁੰਦੀ ਹੈ ਜਿਹੜਾ ਪਤੀ ਨੂੰ ਪ੍ਰਵਾਨ ਨਹੀਂ, ਪਰ ਮੇਰੇ ਕੋਲੋਂ ਤਿਆਗਿਆ ਨਹੀਂ ਜਾ ਰਿਹਾ। ਤਾਂ ਸਾਧ ਸੰਗਤ ਉਹ ਫਿਰ ਭੈਣ ਦੱਸਦੀ ਆਹ ਚੀਜ਼ਾਂ ਛੱਡ। ਤਾਂ ਸਖੀ ਸੁਹਾਗਣ ਗੁਰਮੁਖ ਨੇ ਕਿਹਾ ਇਹਨੂੰ ਛੱਡਣ ਨਾਲ ਤੂੰ ਕੰਤ ਦੀ ਪਿਆਰੀ ਹੋ ਜਾਏਂਗੀ। ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋਂ ਹੋ ਕਰੀ ਜਿਤ ਵਸ ਆਵੀ ਕੰਤ, ਨਿਵਣ ਸੋ ਅੱਖਰ ਖਵਣ ਗੁਣ ਜਿਹਵਾ ਮਣੀਆਂ ਮੰਤ, ਇਤਰਹਿ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਜਦੋਂ ਤਿਆਗ ਕਰਦੇ ਹੋ ਫਿਰ ਉਹ ਆਪਣੇ ਕੋਲੋਂ ਨਾ ਹੋਵੇ, ਔਗਣ ਛੱਡਣਾ ਚਾਹੁੰਦੇ ਹੋ, ਔਗਣ ਛੁੱਟਦੇ ਨਹੀਂ, ਉੱਥੇ ਵੈਰਾਗ ਪੈਦਾ ਹੁੰਦਾ ਹੈ। ਵੈਰਾਗ ਉਹ ਅਵਸਥਾ ਹੈ ਜਿਵੇਂ ਤੁਸੀਂ ਬਿਲਕੁਲ ਹੁਣ ਦਰਸ਼ਨੀ ਡਿਉੜੀ ਵਿੱਚ ਆ ਗਏ। ਇੱਥੋਂ ਸਿੱਧਾ ਕਦਮ ਪੁੱਟਦਿਆਂ ਪ੍ਰਵੇਸ਼ ਹੋ ਸਕਦਾ ਹੈ, ਪਰ ਇੱਥੋਂ ਕੁਝ ਰੂਹਾਂ ਵਾਪਸ ਵੀ ਮੁੜ ਸਕਦੀਆਂ ਨੇ, ਕਿਉਂਕਿ ਉਸ ਜਗ੍ਹਾ ਉੱਤੇ ਸਾਧ ਸੰਗਤ ਵੈਰਾਗ ਆਉਂਦਾ, ਤੁਹਾਨੂੰ ਛੁਪਾਉਣਾ ਪੈਣਾ ਹੈ। ਹੋ ਸਕਦਾ ਉਸ ਵੈਰਾਗ ਨੂੰ ਵੇਖ ਕੇ ਲੋਕ ਤੁਹਾਨੂੰ ਕੁਝ ਕਹਿਣ ਲੱਗ ਜਾਣ, ਕੋਈ ਤੁਹਾਨੂੰ ਸਾਧ ਕਹਿਣ ਲੱਗ ਜਾਏ, ਕੋਈ ਗੁਰਮੁਖ ਕਹਿਣ ਲੱਗ ਜਾਏ, ਕੋਈ ਸੰਤ ਕਹਿਣ ਲੱਗ ਜਾਏ। ਇਹ ਵਡਿਆਈ ਵਿੱਚ ਹੁਣ ਸਿੱਖਾ ਰੁਕ ਨਾ ਜਾਈ। ਬਸ ਉੱਥੇ ਫਿਰ ਉਹ ਫੈਸਲਾ ਲੈਣਾ ਪੈਂਦਾ ਜਿਹੜਾ ਬਿਲਕੁਲ ਬੜਾ ਸਟਰੋਂਗ ਹੋ ਕੇ ਅੰਦਰੋਂ ਫੈਸਲਾ ਲੈਣਾ ਪੈਂਦਾ। ਸਾਧ ਸੰਗਤ ਉੱਥੇ ਵਪਾਰੀ ਨਹੀਂ, ਫਿਰ ਉੱਥੇ ਜੁਹਾਰੀ ਵਾਲੀ ਬਿਰਤੀ ਕੰਮ ਕਰਦੀ। ਵਪਾਰੀ ਕੁਝ ਚੀਜ਼ਾਂ ਦਾਅ ਵਿੱਚ ਲਾਉਂਦਾ, ਕੁਝ ਪੱਲੇ ਰੱਖ ਲੈਂਦਾ। ਵਪਾਰ 'ਚ ਘਾਟਾ ਪੈ ਜਾਏ ਤੇ ਕੋਈ ਹੋਰ ਬਿਜ਼ਨਸ ਸ਼ੁਰੂ ਕਰਾਂਗੇ, ਪਰ ਜੁਹਾਰੀ ਦੀ ਬਿਰਤੀ ਕੁਝ ਹੋਰ ਹੈ। ਜੂਆ ਖੇਡਣ ਵਾਲਾ ਸਭ ਕੁਝ ਦਾਅ ਤੇ ਲਾ ਦਿੰਦਾ। ਇਸ ਤਰ੍ਹਾਂ ਮਹਾਰਾਜ ਨੇ ਕਿਹਾ ਜਦੋਂ ਵਿਰਾਗ ਤੇ ਪਹੁੰਚ ਜਾਏ ਤੈਨੂੰ ਪੂਰਾ ਸਭ ਕੁਝ ਦਾਅ ਤੇ ਲਾਉਣਾ ਪੈਣਾ। ਫਿਰ ਗੁਰੂ ਨੇ ਜੋ ਕਹਿਣਾ ਉਹ ਕਰਨਾ ਪੈਣਾ। ਜੋ ਗੁਰ ਕਹੇ ਸੋਈ ਭਲ ਮੰਨੋ। ਜਿੱਦਣ ਭਾਈ ਮੰਝ ਦਾਅ ਤੇ ਸਭ ਕੁਝ ਲਾ ਕੇ ਆਏ, ਉਦਣ ਹਜ਼ੂਰ ਨੇ ਕਿਹਾ ਲਾ ਸਕਦੇ ਸਭ ਕੁਝ ਦਾਅ ਤੇ।
ਮਹਾਰਾਜ ਸਭ ਕੁਝ ਲਾ ਦਾਂਗੇ। ਹਜ਼ੂਰ ਨੇ ਕਿਹਾ ਫਿਰ ਉਹ 9 ਗੱਜੇ ਦੀ ਕਬਰ ਸਮਾਧ ਢਾਣੀ ਪਏਗੀ। ਹੋ ਸਕਦਾ ਹੈ ਚੌਧਰੀ ਪਦ ਖੁੱਸ ਜਾਏ, ਛੱਡਣਾ ਪੈਣਾ ਹੈ। ਹੋ ਸਕਦਾ ਹੈ ਦੁੱਖ ਘਰ ਵਿੱਚ ਬਿਮਾਰੀਆਂ ਪੈ ਜਾਣ, ਉਹਦੇ ਵਿੱਚੋਂ ਵੀ ਨਿਕਲਣਾ ਪੈਣਾ। ਲੋਕੀ ਕਹਿਣਗੇ ਕਬਰ ਢਾਈ ਹੈ ਤੇ ਬਿਮਾਰੀਆਂ ਆਈਆਂ ਨੇ। ਸੱਜਣਾ, ਇਹ ਸਭ ਕੁਝ ਤਿਆਗਣਾ ਪੈਣਾ। ਇਹ ਤੈਨੂੰ ਯਕਲਕਤ ਫੈਸਲਾ ਲੈਣਾ ਪਏਗਾ ਔਰ ਬੜੀ ਤਾਕਤ ਨਾਲ ਅੰਦਰੋਂ ਲੈਣਾ ਪਏਗਾ। ਭਾਈ ਮਨ ਸਾਹਿਬ ਨੇ ਉਹ ਫੈਸਲਾ ਕੀਤਾ ਔਰ ਸਾਧ ਸੰਗਤ ਫਿਰ ਗੁਰੂ ਨੇ ਉਸ ਵਿਰਾਗ ਦੀ ਅਵਸਥਾ 'ਚ ਚੁੱਕ ਕੇ ਆਹ ਚੀਜ਼ ਪੈਦਾ ਕੀਤੀ ਜਿਹਨੂੰ ਕਹਿੰਦੇ ਨੇ ਭਾਉ ਪ੍ਰੇਮ। ਇਹ 5ਵੀਂ ਅਵਸਥਾ ਹੈ ਜਿੱਥੇ ਤਿਆਗ ਤੇ ਵਿਰਾਗ ਤੋਂ ਬਾਅਦ ਪ੍ਰੇਮ ਪੈਦਾ ਹੁੰਦਾ ਹੈ। ਜਿਨ੍ਹਾਂ ਦੇ ਅੰਦਰ ਪ੍ਰੇਮ ਪੈਦਾ ਹੋ ਜਾਏ ਉਹਨਾਂ ਨੂੰ ਗੁਰੂ ਸਵਾਰ ਦਿੰਦਾ ਹੈ। ਫਿਰ ਗੁਰੂ ਆਪ ਖੂਹ ਵਿੱਚੋਂ ਕੱਢ ਕੇ ਕਹਿੰਦਾ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਵੋਹ ਥਾ ਜਗ ਲੰਘਣ ਹਾਰਾ। ਜਹ ਭਾਈ ਮੰਝ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰੇ ਉਹ ਤੇ ਮੁਕਤ ਹੋਏਗਾ, ਜਿਹੜਾ ਤੇਰੀ ਵੀ ਸੰਗਤ ਕਰ ਲੈ ਉਹ ਵੀ ਮੁਕਤ ਹੋ ਜਾਏਗਾ। ਸਾਧ ਸੰਗਤ ਤੇ ਪ੍ਰੇਮ ਤੋਂ ਬਾਅਦ ਫਿਰ ਕਹਾਣੀ ਜਿਨ੍ਹਾਂ ਨੂੰ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਨ ਕੋ ਭਾਂਡੇ ਭਾਓ ਤਿਨਾ ਸਵਾਰ ਸੀ। ਔਰ ਇਸ ਅਵਸਥਾ ਵਿੱਚ ਫਿਰ ਪ੍ਰੇਮ ਘਟਦਾ ਨਹੀਂ, ਉਹ ਵੱਧਦਾ ਹੈ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਕਵਿਤ ਕਿਹਾ, ਕਹਿੰਦੇ ਸਲਨ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਗਾਸ ਘਟੇ ਪ੍ਰੀਤ ਨਾ ਪਤੰਗ ਕੀ। ਪਾਣੀ ਮੱਛੀ ਵਿੱਚ 24 ਘੰਟੇ ਰਹਿੰਦੀ ਹੈ, ਉਹਦੀ ਪਿਆਸ ਕਦੇ ਪਾਣੀ ਵਿੱਚੋਂ ਘਟਦੀ ਨਹੀਂ। ਤੇ ਇਦਾਂ ਸਾਧ ਸੰਗਤ ਦੀਪਕ ਪ੍ਰਗਾਸ ਘਟੇ ਪ੍ਰੀਤ ਨਾ ਪਤੰਗ ਕੀ। ਪਤੰਗਾ ਦੀਵੇ ਦੀ ਪ੍ਰੀਤ ਕਦੇ ਨਹੀਂ ਘਟਦਾ, ਭਾਵੇਂ ਉਹਦੇ ਵਿੱਚ ਪੈ ਕੇ ਸੜ ਜਾਏ, ਉਹਦੀ ਪ੍ਰੀਤ ਘਟੇਗੀ ਨਹੀਂ। ਇਹਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ, ਰੇ ਮਨ ਐਸੀ ਹਰ ਸਿਉ ਪ੍ਰੀਤ ਕਰ। ਮਹਾਰਾਜ ਕਿਸ ਤਰ੍ਹਾਂ ਦੀ ਕਹਿੰਦੇ ਜੈਸੀ ਜਲ ਦੁੱਧ ਹੋਏ ਆਵਟਣ ਆਪੇ ਖਪੈ, ਦੁੱਧ ਕੋ ਖਪਣ ਨਾ ਦੇ। ਕਹਿੰਦੇ ਪਾਣੀ ਤੇ ਦੁੱਧ ਦੀ ਪ੍ਰੀਤ, ਜਦੋਂ ਪਾਣੀ ਦੁੱਧ ਵਿੱਚ ਮਿਲਿਆ ਤੇ ਦੁੱਧ ਨੇ ਉਹਨੂੰ ਆਪਣਾ ਰੂਪ ਦੇ ਦਿੱਤਾ। ਜਦੋਂ ਪਾਣੀ ਨੇ ਆਪਣੀ ਹੋਂਦ ਛੱਡ ਦਿੱਤੀ, ਉਹ ਦੁੱਧ ਵਿੱਚ ਮਿਲ ਕੇ ਦੁੱਧ ਦਾ ਰੂਪ ਹੋ ਗਿਆ। ਤੇ ਸਾਧ ਸੰਗਤ ਫਿਰ ਦੁੱਧ ਨੇ ਪਾਣੀ ਦੀ ਕੀਮਤ ਵਧਾ ਦਿੱਤੀ। ਜਿਸ ਪਾਣੀ ਦਾ ਮੁੱਲ ਦੁੱਧ ਦੇ ਬਰਾਬਰ ਨਹੀਂ ਸੀ, ਦੁੱਧ ਨੇ ਉਸ ਪਾਣੀ ਨੂੰ ਆਪਣੇ ਬਰਾਬਰ ਕਰ ਲਿਆ। ਤੁਹਾਡੇ ਵਿੱਚ ਬਜ਼ੁਰਗ ਸੱਜਣ ਬੈਠੇ ਨੇ ਵੱਡੀਆਂ ਉਮਰਾਂ ਦੇ, ਪਹਿਲਾਂ ਦੁੱਧ ਨੂੰ ਸਾਧ ਸੰਗਤ ਜਦੋਂ ਕਾੜਨੀ ਵਿੱਚ ਰੱਖਦੇ ਸੀ ਨਾ, ਕਾੜਨ ਵਾਸਤੇ ਦਹੀਂ ਮੱਖਣ ਕੱਢਣ ਲਈ, ਤਾਂ ਮਾਈਆਂ ਨੇ ਸਵੇਰੇ ਦੁੱਧ 9-10 ਵਜੇ ਕਾੜਨੀ ਵਿੱਚ ਰੱਖ ਦੇਣਾ, ਜਾਂ ਰਾਤ ਨੂੰ ਫਿਰ ਉਹ ਸਾਰਾ ਦਿਨ ਦਿਨੇ ਕੱਢਦਾ ਰਹਿਣਾ। ਰਾਤ ਨੂੰ ਕੜੇ ਹੋਏ ਦੁੱਧ ਨੂੰ ਫਿਰ ਜਾਗ ਲਾਉਣਾ, ਸਵੇਰੇ ਉਹਨੂੰ ਰਿੜਕਣਾ। ਔਰ ਜਦੋਂ ਉਹ ਕਾੜਨੀ ਵਿੱਚ ਰੱਖਦੇ ਸਨ ਅੱਗ ਉੱਤੇ, ਉਦੋਂ ਥੋੜ੍ਹਾ ਜਿਹਾ ਦੁੱਧ ਵਿੱਚ ਪਾਣੀ ਪਾ ਦੇਣਾ, ਕਿਉਂ? ਤਾਂ ਜੋ ਦੁੱਧ ਨਾ ਸੜੇ। ਉਹ ਪਾਣੀ ਉਸ ਦੁੱਧ ਵਿੱਚ ਮਿਲ ਜਾਂਦਾ ਹੈ। ਪਰ ਸਾਧ ਸੰਗਤ ਅੱਜ ਕੱਲ੍ਹ ਦੁੱਧ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਰਹਿੰਦੀ, ਕਿਉਂਕਿ ਪਹਿਲਾਂ ਹੀ ਪਿਆ ਹੁੰਦਾ ਹੈ। ਉਹ ਜਦੋਂ ਕਾੜਨੀ ਵਿੱਚ ਦੁੱਧ ਵਿੱਚ ਪਾਣੀ ਪਾਇਆ, ਅੱਗ ਉੱਤੇ ਧਰ ਦਿੱਤਾ, ਤੇ ਫਿਰ ਕਹਿੰਦੇ ਨੇ ਦੁੱਧ ਪਾਣੀ ਦੀ ਕੀਮਤ ਦੁੱਧ ਦੇ ਬਰਾਬਰ ਹੋ ਗਈ। ਜਦੋਂ ਅੱਗ ਦਾ ਸੇਕ ਦੁੱਧ ਤੱਕ ਪਹੁੰਚਣ ਲੱਗਾ, ਪਾਣੀ ਨੇ ਆਪਣਾ ਫਰਜ਼ ਨਿਭਾਇਆ। ਦੁੱਧ ਤੋਂ ਪਹਿਲਾਂ ਪਾਣੀ ਸੜਦਾ ਹੈ ਔਰ ਸਾਧ ਸੰਗਤ ਭਾਵ ਬਣ ਕੇ ਉੱਪਰ ਵੱਲ ਉੱਡਦਾ ਹੈ, ਅੱਗ ਉਹਨੂੰ ਹੋਰ ਕਾੜਦੀ ਹੈ। ਫਿਰ ਦੁੱਧ ਆਪਣਾ ਫਰਜ਼ ਨਿਭਾਉਂਦਾ ਹੈ। ਜਦੋਂ ਪਾਣੀ ਵਾਰ-ਵਾਰ ਉਸ ਦੁੱਧ ਵਿੱਚ ਸੜਦਾ ਹੈ, ਅੱਗ ਤੇਜ਼ ਹੁੰਦੀ ਹੈ, ਫਿਰ ਦੁੱਧ ਆਪਣਾ ਫਰਜ਼ ਨਿਭਾਉਂਦਾ ਹੈ। ਮੇਰੇ ਤੋਂ ਪਹਿਲਾਂ ਸੜਨ ਵਾਲਿਆ, ਮੇਰੇ ਤੋਂ ਪਹਿਲਾਂ ਕੁਰਬਾਨੀ ਕਰਨ ਵਾਲਿਆ, ਫਿਰ ਉਹ ਦੁੱਧ ਉਵਾਲਾ ਮਾਰ ਕੇ ਉਸ ਅੱਗ ਉੱਤੇ ਡਿੱਗਦਾ, ਉਹਨੂੰ ਬੁਝਾ ਦਿੰਦਾ ਹੈ। ਇਸੇ ਤਰ੍ਹਾਂ ਸਾਹਿਬ ਨੇ ਕਿਹਾ ਮਨ ਕਰਕੇ ਜਪ ਕਰ, ਫਿਰ ਜਾਪ ਸ਼ੁਰੂ ਹੋਏਗਾ, ਫਿਰ ਤਿਆਗ, ਫਿਰ ਬੈਰਾਗ। ਜਦੋਂ ਤੂੰ ਪ੍ਰੇਮ ਦੀ ਅਵਸਥਾ ਤੱਕ ਪਹੁੰਚਿਆ, ਯਾਦ ਰੱਖੀ ਪ੍ਰੇਮ ਉਹ ਅਵਸਥਾ ਹੈ ਜਿੱਥੇ ਗੁਰੂ ਨੇ ਤੇਰੇ ਹਿਰਦੇ ਦਾ ਭਾਂਡਾ ਬਿਲਕੁਲ ਸਵਾਰ ਦੇਣਾ। ਭਾਵ ਜਦੋਂ ਇਹ ਵਿਕਾਰ ਤ੍ਰਿਸ਼ਨਾ ਦੀ ਅੱਗ ਵਧੀ, ਤੂੰ ਗੁਰੂ ਦੇ ਪ੍ਰੇਮ ਤੇ ਭਾਵ ਵਿੱਚ ਉਹਨੂੰ ਯਾਦ ਕੀਤਾ, ਗੁਰੂ ਕਿਰਪਾ ਇਸ ਤਰ੍ਹਾਂ ਉੱਪਰ ਆਏਗੀ, ਵਿਕਾਰਾਂ ਦੀ ਤ੍ਰਿਸ਼ਨਾ ਉੱਤੇ ਡਿੱਗਦਿਆਂ ਸਾਰ ਸਭ ਕੁਝ ਸ਼ਾਂਤ ਹੋ ਜਾਏਗਾ। ਜਿਹਨੂੰ ਅੱਜ ਹਜ਼ੂਰ ਕਹਿੰਦੇ ਨੇ ਕਿ ਜਿਨ ਕੋ ਭਾਂਡੇ ਭਾਓ ਤਿਨਾ ਸਵਾਰ ਸੀ। ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਜੀਵਨ ਸਵਾਰ ਦਿੱਤਾ ਹੈ, ਜਿਨ੍ਹਾਂ ਦੇ ਹਿਰਦੇ ਭਾਂਡੇ ਵਿੱਚ ਭਾਉ ਪੈਦਾ ਹੋਇਆ। ਰੇਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ ਆਵਟਣ ਆਪੇ ਖਪੈ, ਦੁੱਧ ਕੋ ਖਪਣ ਨਾ ਦੇ। ਫਿਰ ਪ੍ਰੀਤ ਇੱਕ ਬੜੀ ਵੱਡੀ ਚੀਜ਼ ਹੈ। ਸਾਧ ਸੰਗਤ ਜਦੋਂ ਵੱਧਦੀ ਹੈ ਨਾ, ਉਹ ਵਿਰਾਗ ਤੋਂ ਬਾਅਦ ਪ੍ਰੇਮ ਜਦੋਂ ਪੈਦਾ ਹੋ ਜਾਏ, ਫਿਰ ਉਹ ਭਗਤਾਂ ਦੀ ਅਵਸਥਾ ਵੱਖਰੀ ਹੈ।
ਉਹ ਫਿਰ ਪ੍ਰੇਮ ਵਾਲੇ ਕਹਿੰਦੇ ਨੇ ਰੱਬਾ ਹੁਣ ਨਹੀਂ ਜੇ ਘਟਣ ਦੇਣੀ। ਜਿਹਦੇ ਅੰਦਰ ਪ੍ਰੇਮ ਪੈਦਾ ਹੋ ਜਾਏ, ਸਾਧ ਸੰਗਤ ਅਰਦਾਸ ਕਰੇ ਉਹ ਨਾ ਘਟੇ। ਉਹਦੇ ਬਾਰੇ ਫਿਰ ਕੋਸ਼ਿਸ਼ ਜਾਰੀ ਰੱਖਣੀ ਹੈ ਕਿ ਹੁਣ ਉਹ ਪ੍ਰੀਤ ਘਟਣੀ ਨਹੀਂ ਚਾਹੀਦੀ, ਕਿਉਂਕਿ ਬੜੇ ਭਾਗਾਂ ਨਾਲ ਔਰ ਬੜਾ ਵੱਡਾ ਮੁੱਲ ਤਾਰ ਕੇ ਤਿਆਗ ਦਾ ਫਿਰ ਉਹ ਚੀਜ਼ਾਂ ਮਿਲਦੀਆਂ ਨੇ। ਉੱਥੋਂ ਬਹੁਤੀ ਵਾਰ ਪਿੱਛੇ ਹੋਣ ਦਾ ਖਤਰਾ ਹੈ। ਇਸ ਲਈ ਸਾਧ ਸੰਗਤ ਫਿਰ ਰੱਬ ਦੇ ਪਿਆਰੇ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਐਸੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਕਿਉਂ ਘਟੇ? ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਹੇ ਰੱਬ ਜੀ, ਇਹ ਬੜੀ ਮਹਿੰਗੀ ਪ੍ਰੀਤ ਲਈ ਹੈ। ਤੇ ਫਿਰ ਭਗਤ ਰੱਬ ਨੂੰ ਕਹਿੰਦੇ ਨੇ, ਕਹਿੰਦੇ ਹੇ ਰੱਬ ਜੀ, ਇਹ ਪ੍ਰੀਤ ਹੁਣ ਘਟਣੀ ਨਹੀਂ ਚਾਹੀਦੀ। ਜਿੰਦ ਬਾਹਰ ਕੇ ਦੁਨੀਆ ਤੋਂ ਬੜੇ ਔਖੇ ਰਸਤਿਆਂ ਤੋਂ ਨਿਕਲ ਕੇ ਪ੍ਰੀਤ ਪ੍ਰਾਪਤ ਹੋਈ ਹੈ, ਹੁਣ ਇਹ ਘਟਣੀ ਨਹੀਂ ਚਾਹੀਦੀ। ਇਹਦੇ ਵਿੱਚ ਸਾਧ ਸੰਗਤ ਭਾਵ ਤੋਂ ਬਾਅਦ, ਪ੍ਰੇਮ ਤੋਂ ਬਾਅਦ ਫਿਰ ਮਿਲਾਪ ਹੁੰਦਾ ਹੈ। ਭਾਵ ਤੋਂ ਬਗੈਰ ਭਗਤੀ ਨਹੀਂ। ਭਾਵ ਬਿਨ ਭਗਤ ਨਾ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ ਪਹਿਜ ਰੱਖੋ ਰਾਜਾ ਰਾਮ ਮੇਰੀ। ਉੱਥੇ ਫਿਰ ਇੱਕ ਚੀਜ਼ ਕੰਮ ਆਉਂਦੀ, ਪ੍ਰੇਮ ਬਣ ਜਾਏ, ਫਿਰ ਬਾਰ-ਬਾਰ ਬੇਨਤੀ ਕਰਨੀ, ਅਰਦਾਸ ਕਰਨੀ। ਇਹੋ ਗੱਲ ਅੱਜ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਸੁਖੀ ਕਰੈ ਪਸਾਉ ਦੁਖ ਵਿਸਾਰਸੀ। ਤਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਭਾਈ, ਉਹਨਾਂ ਦੇ ਜੀਵਨ ਵਿੱਚੋਂ ਦੁੱਖ ਵਿਸਰ ਜਾਂਦਾ, ਦੂਰ ਹੋ ਜਾਂਦੇ ਹਨ, ਉਹ ਸੁੱਖ ਵਿੱਚ ਵਸਣ ਲੱਗ ਪੈਂਦੇ ਹਨ। ਇਸ ਤਰ੍ਹਾਂ ਹਿਰਦੇ ਦਾ ਭਾਂਡਾ ਅਕਾਲ ਪੁਰਖ ਵਾਹਿਗੁਰੂ ਸਵਾਰ ਦਿੰਦੇ ਨੇ ਜਦੋਂ ਭਾਉ ਪੈਦਾ ਹੋ ਜਾਵੇ। ਸਹਸਾ ਮੂਲੇ ਨਾਹੀ ਸਰ ਪਰ ਤਾਰਸੀ। ਕਹਿੰਦੇ ਰੰਜਕ ਮਤਰ ਵੀ ਸੰਸਾ ਕੋਈ ਸ਼ੱਕ ਰੱਬ ਉੱਤੇ, ਉਹਦੇ ਨਾਮ ਉੱਤੇ ਕਦੇ ਉਹਨਾਂ ਦੇ ਹਿਰਦੇ ਵਿੱਚ ਪੈਦਾ ਨਹੀਂ ਹੁੰਦੀ। ਪ੍ਰੇਮੀ ਦੀ ਇਹ ਅਵਸਥਾ ਹੈ, ਉਹਦੀ ਨਿਸ਼ਾਨੀ ਹੈ। ਉਹਦੇ ਅੰਦਰ ਕਦੇ ਸ਼ੱਕ ਪੈਦਾ ਨਹੀਂ ਹੋਏਗੀ, ਸੰਸਾ ਪੈਦਾ ਨਹੀਂ ਹੋਏਗਾ। ਜਿੱਥੇ ਸੰਸਾ ਹੈ ਤੇ ਸਾਧ ਸੰਗਤ, ਉੱਥੇ ਪ੍ਰੇਮ ਹੀ ਨਹੀਂ, ਉੱਥੇ ਫਿਰ ਕਪਟ ਪੈਦਾ ਹੁੰਦਾ। ਇਸ ਲਈ ਮਹਾਰਾਜ ਬਖਸ਼ਿਸ਼ ਕਰਦੇ, ਮੂਲੋਂ ਵੀ ਉਹਨਾਂ ਦੇ ਅੰਦਰ ਸਹਿਸਾ ਭਾਵ ਸ਼ੰਕਾ ਸਾਸਾ ਪੈਦਾ ਨਹੀਂ ਹੁੰਦਾ। ਰੱਬ ਉੱਤੇ, ਰੱਬ ਦੇ ਨਾਮ ਉੱਤੇ ਸ਼ੱਕ ਪੈਦਾ ਨਹੀਂ ਹੁੰਦੀ। ਉਹਨਾਂ ਦੇ ਅੰਦਰ ਪੂਰਨ ਵਿਸ਼ਵਾਸ ਰਹਿੰਦਾ, ਭਰੋਸਾ ਰਹਿੰਦਾ। ਰੱਬ ਦੇ ਪ੍ਰਤੀ ਕਦੇ ਵੀ ਸ਼ੱਕ ਪੈਦਾ ਨਹੀਂ ਹੋਏਗੀ। ਉਹ ਇੰਨੇ ਕੁ ਗਹਿਰੇ ਗਿਆਨ ਵਿੱਚ ਉਤਰ ਜਾਂਦੇ ਨੇ। ਜਿਵੇਂ ਸਾਧ ਸੰਗਤ, ਉਹਦੇ ਵਾਸਤੇ ਫਿਰ ਬਹੁਤਾ ਸਮਝਣ ਦੀ ਜ਼ਰੂਰਤ ਨਹੀਂ ਪੈਂਦੀ, ਫਿਰ ਕਸਮਾਂ ਖਾਣ ਦੀ ਲੋੜ ਨਹੀਂ ਪੈਂਦੀ, ਉਹਨੂੰ ਪੂਰਨ ਗਿਆਨ ਹੋ ਜਾਂਦਾ। ਕਿਸੇ ਬੰਦੇ ਨੂੰ ਅੱਗ ਦਾ ਗਿਆਨ ਹੋ ਜਾਵੇ, ਹੱਥ ਸਾੜ ਦਿੰਦੀ ਹੈ। ਅੱਗ ਵਿੱਚ ਹੱਥ ਪਾਓ ਤੇ ਅੱਗ ਉਹ ਹੱਥ ਨੂੰ ਸਾੜ ਦਿੰਦੀ ਹੈ। ਜਦੋਂ ਇਹ ਚੀਜ਼ ਦਾ ਗਿਆਨ ਹੋ ਜਾਏ, ਉਸ ਤੋਂ ਬਾਅਦ ਸਾਧ ਸੰਗਤ ਕਿਸੇ ਮੰਦਰ ਵਿੱਚ ਜਾ ਕੇ ਕਸਮ ਖਾਣ ਦੀ ਲੋੜ ਨਹੀਂ ਕਿ ਅੱਜ ਤੋਂ ਬਾਅਦ ਮੈਂ ਸ਼ਪਥ ਲੈਣਾ, ਕਸਮ ਖਾਂਦਾ, ਅੱਗ ਵਿੱਚ ਹੱਥ ਨਹੀਂ ਪਾਵਾਂਗਾ। ਉਹਨੂੰ ਗਿਆਨ ਹੈ, ਅੱਗ ਉਹਨੂੰ ਸਾੜ ਦਿੰਦੀ ਹੈ। ਇਸ ਤਰ੍ਹਾਂ ਸਾਧ ਸੰਗਤ ਸੰਸਾਰ ਦੇ ਕੋਈ ਵੀ ਵਿਕਾਰਾਂ ਦਾ ਗਿਆਨ ਪੈਦਾ ਹੋ ਜਾਏ, ਉਹ ਪਰਤ ਕੇ ਕਸਮ ਨਹੀਂ ਖਾਣੀ ਪੈਂਦੀ। ਲੋਕ ਕਸਮਾਂ ਖਾ ਕੇ ਮੁੱਕਰ ਜਾਂਦੇ ਨੇ, ਮੈਂ ਕਸਮ ਖਾਣੇ ਦੀ ਆ ਨਸ਼ਾ ਨਹੀਂ ਕਰਾਂਗਾ, ਫਿਰ ਕਰ ਲੈਂਦੇ ਨੇ, ਕਿਉਂਕਿ ਉਹਦੇ ਬਾਰੇ ਨੌਲੇਜ, ਗਿਆਨ ਨਹੀਂ ਕਿ ਉਹ ਖਤਰਨਾਕ ਹੈ। ਜਦੋਂ ਕਿਸੇ ਚੀਜ਼ ਦਾ ਗਿਆਨ ਪੈਦਾ ਹੋ ਜਾਏ ਗੁਰੂ ਵੱਲੋਂ, ਤੇ ਸਾਧ ਸੰਗਤ ਗਿਆਨ ਇੱਕ ਇਸ ਤਰ੍ਹਾਂ ਦੀ ਹਨੇਰੀ ਤੂਫਾਨ ਆਂਦੀ ਹੈ ਜਿਹੜਾ ਅੰਦਰ ਦੀ ਅਗਿਆਨਤਾ ਦੁਰਮਤ ਨੂੰ ਰੋੜ ਕੇ ਲੈ ਜਾਂਦਾ ਹੈ। ਪਰਤ ਕੇ ਕੁਝ ਵੀ ਚੀਜ਼ ਉਹਦੇ ਅੰਦਰ ਛੁਪਦੀ ਜਾਂ ਰੁਕਣੀ ਜਾਂ ਰੱਖਣ ਵਾਸਤੇ ਨਹੀਂ ਰਹਿੰਦੀ। ਦੋ ਤਰ੍ਹਾਂ ਦਾ ਗਿਆਨ ਹੈ। ਇੱਕ ਗਿਆਨ ਬਾਹਰੀ ਤੌਰ ਤੇ ਪੰਡਤ ਦਾ ਗਿਆਨ ਹੈ, ਇੱਕ ਸਾਧ ਸੰਗਤ ਪ੍ਰਗਿਆ ਗਿਆਨ ਹੈ। ਉਹ ਗਿਆਨ ਇਸ ਤਰ੍ਹਾਂ ਦੀ ਹਨੇਰੀ ਹੈ ਜਿਹੜੀ ਤੁਹਾਡੇ ਅੰਦਰ ਦੁਰਮਤ ਰਹਿਣ ਹੀ ਨਹੀਂ ਦੇਵੇਗੀ। ਮਾਫ ਕਰਿਓ, ਜਿਹੜਾ ਬਾਹਰੀ ਗਿਆਨ ਹੈ ਉਹ ਸਾਧ ਸੰਗਤ ਹੋ ਸਕਦਾ ਇਸ ਤਰ੍ਹਾਂ ਹੋਵੇ ਜਿਵੇਂ ਕੱਚੇ ਘਰ ਨੂੰ ਬਚਾਉਣ ਲਈ ਬਾਹਰੋਂ ਸੀਮਿੰਟ ਲਿਪ ਲਿਆ ਜਾਏ, ਇਸ ਤਰ੍ਹਾਂ ਵੀ ਹੁੰਦਾ ਹੈ। ਬਹੁਤੇ ਲੋਕ ਗਿਆਨ ਉਹ ਚਾਹੁੰਦੇ ਨੇ ਜਿਹੜਾ ਉਹਨਾਂ ਦੇ ਕੰਮ ਦਾ ਹੋਵੇ। ਉਸ ਗਿਆਨ ਨੂੰ ਜ਼ਿਆਦਾ ਪਸੰਦ ਕਰਨਗੇ ਜਿਹੜਾ ਉਹਦੇ ਅੰਦਰ ਦੀ ਹਉਮੈ, ਅਹੰਕਾਰ, ਵਿਕਾਰ, ਕੀਤੇ ਹੋਏ ਗਲਤ ਕਰਮਾਂ ਨੂੰ ਬਾਹਰੋਂ ਸੀਮਿੰਟ ਦਾ ਪੋਚਾ ਕਰ ਦੇਵੇ, ਨਹੀਂ ਤੂੰ ਠੀਕ ਹੈ। ਲੋਕ ਆਪਣੇ ਹਿਸਾਬ ਨਾਲ ਗਿਆਨ ਚਾਹੁੰਦੇ ਨੇ। ਇੱਕ ਸੱਜਣ ਨੇ ਫੋਨ ਕਰਕੇ ਪੁੱਛਦਾ, ਭਾਈ ਸਾਹਿਬ ਜੀ ਇਹ ਮੱਛੀ ਖਾ ਲੈਣੀ ਚਾਹੀਦੀ ਹੈ? ਮੈਂ ਉਹਨੂੰ ਕਿਹਾ ਵੀ ਕਾਹਦੇ ਵਾਸਤੇ ਪੁੱਛ ਰਹੇ ਹੋ? ਕਹਿੰਦਾ ਭਾਈ ਸਾਹਿਬ ਜੀ ਮੈਂ ਕਿਤੋਂ ਪੜ੍ਹਿਆ, ਕਿਸੇ ਕੋਲੋਂ ਸੁਣਿਆ ਵੀ ਇਹ ਤੇ ਵੈਜੀਟੇਰੀਅਨ ਹੈ। ਸਾਧ ਸੰਗਤ ਮਨੁੱਖ ਚਾਹੁੰਦਾ ਕਿ ਮੈਨੂੰ ਕੋਈ ਧਾਰਮਿਕ ਬੰਦਾ ਇਸ ਤਰ੍ਹਾਂ ਕਹਿ ਦੇ ਕਿ ਇਹ ਠੀਕ ਹੈ,
ਫਿਰ ਇੱਥੋਂ ਤੱਕ ਉਹਨੇ ਉਦਾਹਰਨ ਦਿੱਤੀ, ਕਹਿੰਦਾ ਭਾਈ ਸਾਹਿਬ ਦਵਾਈਆਂ 'ਚ ਪੈਂਦਾ, ਭਾਈ ਸਾਹਿਬ ਜੀ ਇਹਦਾ ਤਾਂ ਇਸ ਤਰ੍ਹਾਂ ਤੇਲ ਦਵਾਈ 'ਚ ਪੈਂਦਾ, ਕੈਪਸੂਲ ਮਿਲ। ਮੈਂ ਉਹਨੂੰ ਕਿਹਾ ਕੁਝ ਵੀ ਹੋਵੇ, ਇਹ ਤੂੰ ਦੁਨੀਆ ਦਾ ਗਿਆਨ ਮੇਰੇ ਕੋਲੋਂ ਮੋਹਰ ਲਵਾਉਣੀ ਚਾਹੁੰਦਾ ਵੀ ਇਹ ਬਿਲਕੁਲ ਠੀਕ ਹੈ, ਪਰ ਸੱਜਣਾ ਮੇਰੇ ਕੋਲੋਂ ਪੁੱਛੇਗਾ ਸ਼ਾਇਦ ਗਲਤ ਹੋ ਜਾਏ, ਬੰਦੇ ਕੋਲੋਂ ਪੁੱਛੋਗੇ ਉਹ ਭਟਕਾ ਸਕਦਾ, ਉਹਦਾ ਗਿਆਨ ਹੋ ਸਕਦਾ ਸਾਹਮਣੇ ਵਾਲੇ ਬੰਦੇ ਦਾ ਮੂੰਹ ਵੇਖ ਕੇ ਗਿਆਨ ਦੇਵੇ। ਬਹੁਤੇ ਲੋਕ ਲੋਕਾਂ ਦਾ ਚਿਹਰਾ ਵੇਖ ਕੇ ਗਿਆਨ ਦਿੰਦੇ ਨੇ। ਜੇ ਤੇ ਕੋਈ ਸੱਜਣ ਆਮ ਸੰਸਾਰੀ ਲੋਕ ਬੈਠੇ ਫਿਰ ਗਿਆਨ ਕੋਈ ਹੋਰ ਹੈ, ਜੇ ਬੰਦੇ ਕੁਝ ਹੋਰ ਬਹਿ ਜਾਣ ਗਿਆਨ ਬਦਲ ਜਾਂਦਾ ਹੈ, ਕਿਉਂਕਿ ਸ਼ਾਬਾਸ਼ ਉਹਦੇ ਕੀਤੇ ਹੋਏ ਕਰਮਾਂ ਨੂੰ ਦੇਣੀ। ਮੈਂ ਉਹਨੂੰ ਕਿਹਾ ਬੰਦੇ ਕੋਲੋਂ ਪੁੱਛੇਗਾ ਗਿਆਨ ਝੂਠਾ ਹੋ ਸਕਦਾ ਹੈ, ਬੰਦੇ ਕੋਲੋਂ ਪੁੱਛੇਗਾ ਉਹ ਮੂੰਹ ਵੇਖ ਕੇ ਗਿਆਨ ਦੇ ਸਕਦਾ ਹੈ, ਬੰਦੇ ਕੋਲੋਂ ਪੁੱਛੇਗਾ ਉਹਨੂੰ ਲੱਗਦਾ ਹੈ ਇਹ ਨਾਰਾਜ਼ ਨਾ ਹੋ ਜਾਏ, ਸੱਚ ਕਿਉਂ ਕਹਿਣਾ, ਇਸ ਲਈ ਥੋੜਾ ਜਿਹਾ ਲਿਪਾਂ ਚੁੱਪੀ ਕਰਕੇ ਕਈ ਵਾਰ ਜ਼ਹਿਰ ਨੂੰ ਮਿੱਠਾ ਲਾ ਕੇ ਉਹ ਦੇ ਦਿੰਦਾ। ਹੁਣ ਫਿਰ ਪੁੱਛਣਾ ਕਿੱਥੋਂ ਹੈ? ਉਹਨੂੰ ਇੱਕੋ ਗੱਲ ਕਹੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛ ਲਓ, ਮੈਨੂੰ ਪੁੱਛਣ ਦੀ ਜ਼ਰੂਰਤ ਨਹੀਂ। ਉਹ ਸੱਜਣਾ ਖਾਣਾ ਚਾਹੀਦਾ ਕਿ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛ। ਪਾਤਸ਼ਾਹ ਕਹਿਣਗੇ ਕਬੀਰ ਭੰਗ ਮਾਛਲੀ ਸੁਰਾਪਾਨ। ਹੁਣ ਮੇਰੀ ਵਿਆਖਿਆ ਦੀ ਲੋੜ ਹੀ ਨਹੀਂ ਰਹੇਗੀ, ਸਿੱਧਾ ਸਮਝ ਆ ਜਾਏਗਾ। ਕਬੀਰ ਭੰਗ ਮਾਛਲੀ ਸੁਰਾਪਾਨ, ਜੋ ਜੋ ਪ੍ਰਾਨੀ ਖਾਹੇ, ਤੀਰਥ ਵਰਤ ਨੇਮ ਕੀਏ, ਤੇ ਸਭੇ ਰਸਾਤ ਲੈ ਜਾਹੇ। ਦੱਸੋ ਹੁਣ ਬੰਦੇ ਨੂੰ ਪੁੱਛਣ ਦੀ ਲੋੜ ਹੈ? ਇੰਨੀ ਗੱਲ ਕਹੀ, ਉਹ ਚੁੱਪ ਕਰ ਗਿਆ, ਕਿਉਂਕਿ ਅਸੀਂ ਗਿਆਨ ਉਹ ਲੈਣਾ ਚਾਹੁੰਦੇ ਸਾਧ ਸੰਗਤ ਜਿਹੜਾ ਸਾਡੇ ਢੱਠਦੇ ਹੋਏ ਕੋਠੇ ਨੂੰ ਸੀਮਿੰਟ ਦਾ ਲੇਪਾ ਜਿਹਾ ਕਰਦਾ, ਜਿਹੜਾ ਸਾਡੇ ਅੰਦਰ ਦੀ ਅਗਿਆਨਤਾ ਨੂੰ ਬਚਾ ਕੇ ਰੱਖੇ ਕਿ ਨਹੀਂ ਇਸ ਤਰ੍ਹਾਂ ਸਹੀ ਹੈ। ਪਰ ਗੁਰੂ ਦਾ ਗਿਆਨ ਉਹ ਹੈ ਜਿਹੜਾ ਆਂਧੀ ਦੀ ਤਰ੍ਹਾਂ ਆਉਂਦਾ ਹੈ, ਤੂਫਾਨ ਦੀ ਤਰ੍ਹਾਂ ਆਉਂਦਾ ਹੈ। ਜਦੋਂ ਤੁਹਾਡੇ ਜੀਵਨ ਵਿੱਚ ਆ ਜਾਏ ਫਿਰ ਉਹ ਇਸ ਤਰ੍ਹਾਂ ਹੈ, ਫਿਰ ਤੁਹਾਨੂੰ ਕਸਮ ਖਾਣ ਦੀ ਜ਼ਰੂਰਤ ਨਹੀਂ ਪਏਗੀ। ਉਹ ਗਿਆਨ ਅੰਦਰ ਦੀ ਦੁਰਮਤ ਨੂੰ ਭੰਨ ਕੇ ਰੱਖ ਦੇਗਾ। ਇਹੋ ਗੱਲ ਸਾਹਿਬ ਨੇ ਕਹੀ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਨੀ ਭਰਮ ਕੀ ਟਾਟੀ। ਭਰਮ ਨੂੰ ਕਹਿੰਦੇ ਨੇ ਸਹਿਸਾ। ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬੰਦੀ, ਦੋਏ ਚਿੱਤੇ ਕੀ ਦੋਏ ਥੂਨ ਗਰਨੀ, ਮੋਹ ਬਲੇਡਾ ਟੁੱਟਾ, ਤ੍ਰਿਸ਼ਨਾ ਸ਼ਾਨ ਪਰੇ ਧਰ ਉੱਪਰ, ਦੁਰਮਤ ਭਾਂਡਾ ਫੁੱਟਾ। ਉਹ ਭਾਂਡੇ ਨੂੰ ਫਿਰ ਬਚਾਇਆ ਨਹੀਂ ਜਾਣਾ, ਭੰਨ ਦੇਣਾ ਗੁਰੂ ਦੇ ਗਿਆਨ। ਫਿਰ ਉਹ ਚੀਜ਼ ਸਾਡੇ ਵਾਸਤੇ ਬਚਾ ਨਹੀਂ ਕਰੇਗੀ, ਕਿਹਾ ਮੈਂ ਸਹੀ ਹੈ, ਫਿਰ ਉਹ ਗਿਆਨ ਬੰਦਿਆਂ ਦਾ ਮੂੰਹ ਵੇਖ ਕੇ ਨਹੀਂ। ਇਸ ਲਈ ਅੱਜ ਪਾਤਸ਼ਾਹ ਬਖਸ਼ਿਸ਼ ਕਰਦੇ, ਕਹਿੰਦੇ ਉਹਨਾਂ ਦੇ ਅੰਦਰ ਜਿੱਥੇ ਪ੍ਰੇਮ ਪੈਦਾ ਹੋਇਆ, ਉਹਨਾਂ ਦੇ ਅੰਦਰ ਰੰਚਕ ਮਾਤਰ ਵੀ ਸੱਸਾ ਪੈਦਾ ਨਹੀਂ ਹੁੰਦਾ। ਅਖੀਰ ਉਹ ਬੰਦੇ ਡੈਫੀਨਿਟ ਪੱਕਾ ਤਰ ਜਾਂਦੇ ਹਨ। ਤਿਨਾ ਮਿਲਿਆ ਗੁਰ ਆਏ, ਜਿਨ ਕਉ ਲਿਖਿਆ। ਕਹਿੰਦੇ ਫਿਰ ਬਖਸ਼ਿਸ਼ ਕਿਰਪਾ ਹੁੰਦੀ ਹੈ ਜਦੋਂ ਦੁਰਮਨ ਦਾ ਭਾਂਡਾ ਫੁੱਟਦਾ ਹੈ, ਜਦੋਂ ਉਹ ਤਰਨ ਵਾਲੀ ਚਰਨ ਸੀਮਾ ਤੇ ਪਹੁੰਚਦਾ ਹੈ, ਜਦੋਂ ਸੰਸੇ ਮੁੱਕ ਜਾਂਦੇ ਨੇ, ਫਿਰ ਆਹ ਚੀਜ਼ ਅੰਦਰ ਆਪਣੇ ਆਪ ਪੈਦਾ ਹੁੰਦੀ ਹੈ। ਹੇ ਵਾਹਿਗੁਰੂ, ਇਹ ਮੇਰੀ ਕੋਸ਼ਿਸ਼ ਕਰਕੇ ਨਹੀਂ, ਇਹ ਮੇਰੇ ਕਰਕੇ ਨਹੀਂ, ਇਹ ਤੁਸੀਂ ਕਿਰਪਾ ਕਰਕੇ ਲਿਖਿਆ ਸੀ। ਉਹਨਾਂ ਨੂੰ ਗੁਰੂ ਮਿਲਦਾ ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ। ਮਿਲਣ ਤੋਂ ਬਾਅਦ ਹੰਕਾਰ ਮਿਟ ਜਾਂਦਾ, ਕਦੇ ਵੀ ਇਹ ਨਹੀਂ ਕਹੇਗਾ ਮੈਂ ਬੜੇ ਪਾਠ ਕੀਤੇ ਜੀ, ਬੜੇ ਜਪ ਤਪ ਕੀਤਾ ਜੀ, ਬੜਾ ਆਹ ਕੁਝ ਕੀਤਾ। ਉਹਨੂੰ ਸਮਝ ਪੈ ਜਾਂਦੀ ਹੈ ਨਹੀਂ, ਇਹ ਉਹਦੀ ਕਿਰਪਾ ਨਾਲ ਹੈ। ਫਿਰ ਉਹਦੀ ਅਰਦਾਸ ਹੁੰਦੀ, ਕਰੋ ਕਿਰਪਾ ਸਰਬ ਕੇ ਦਾਤੇ। ਇੱਕ ਵਾਰ ਕਰਿਓ ਸਾਰੇ, ਕਰੋ ਕਿਰਪਾ ਸਰਬ ਕੇ ਦਾਤੇ, ਏਕ ਰੂਪ ਲਿਵ ਲਾਵੋ, ਨਾਨਕ ਕੀ ਬੇਨੰਤੀ ਹਰ ਪੈ, ਆਪਣਾ ਨਾਮ ਜਪਾਵੋ। ਉਹਦੀ ਅਰਦਾਸ ਹੀ ਰਹਿੰਦੀ ਹੈ। ਇੱਕ ਵਾਰ ਮਨ ਵਿੱਚ ਧਾਰ ਕੇ ਪਿਆਰ ਨਾਲ ਕਹੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ। ਗੱਜ ਕੇ ਨਾਨਕ ਕੀ ਬੇਨੰਤੀ ਹਰ ਪੈ, 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 ਆਪਣਾ ਨਾਮ ਜਪਾਵੋ,
ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ। ਆਪਣਾ ਨਾਮ ਜਪਾਵੋ। ਤਾਂ ਸਤਿਗੁਰ ਜੀ ਬਖਸ਼ਿਸ਼ ਕਰਦੇ ਭਾਈ, ਉਹਨਾਂ ਨੂੰ ਸਮਝ ਆ ਜਾਂਦਾ ਹੈ ਇਹ ਅਕਾਲ ਪੁਰਖ ਦੀ ਕਿਰਪਾ ਬਖਸ਼ਿਸ਼ ਨਾਲ ਹੋਇਆ ਹੈ। ਅੰਮ੍ਰਿਤ ਹਰਿ ਕਾ ਨਾਉ ਦੇਵੈ ਦੀਖਿਆ। ਕਹਿੰਦੇ ਇਹ ਨਾਮ ਜਿਹਦਾ ਜਪ ਕੀਤਾ ਬਾਅਦ ਵਿੱਚ ਜਾਪ ਬਣ ਗਿਆ, ਜਿਹਦੇ ਆਸਰੇ ਨਾਲ ਤਿਆਗ ਹੋਇਆ, ਜਿਹਦੀ ਕਿਰਪਾ ਨਾਮ ਜਪਣ ਦੇ ਨਾਲ ਵਿਰਾਗ ਪੈਦਾ ਹੋਇਆ। ਕਹਿੰਦੇ ਭਾਈ ਇਹ ਫਿਰ ਅੰਦਰ ਭਾਉ ਪੈਦਾ ਹੁੰਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਤੁਸੀਂ ਇਹ ਅੰਮ੍ਰਿਤ ਨਾਮ ਦੀਖਿਆ ਵਿੱਚ ਦਿੱਤਾ ਹੈ, ਤਰਸ ਕਰਕੇ ਦਿੱਤਾ ਹੈ, ਇਹ ਤੁਹਾਡੀ ਬਖਸ਼ਿਸ਼ ਕਿਰਪਾ ਦੀਖਿਆ ਹੈ। ਚਾਲਹਿ ਸਤਿਗੁਰ ਪਾਏ ਭਾਵੇ ਨਾ ਭੀਖਿਆ। ਫਿਰ ਉਹ ਸਤਿਗੁਰ ਜੀ ਦੇ ਦੱਸੇ ਮਾਰਗ ਤੇ ਤੁਰਦੇ ਨੇ। ਸਾਧ ਸੰਗਤ ਕਦੇ ਵੀ ਉਹ ਮਾਰਗ ਤੋਂ ਰਸਤੇ ਤੋਂ ਭਟਕਦੇ ਨਹੀਂ, ਕਿਉਂਕਿ ਉਹ ਸਭ ਕੁਝ ਸਮਰਪਣ ਕਰ ਦਿੰਦੇ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗ ਗਏ ਮੇਰਾ। ਸਾਧ ਸੰਗਤ ਸਭ ਕੁਝ ਸਮਰਪਣ ਕਰਕੇ ਤੁਰ ਪੈਂਦੇ, ਤਦੋਂ ਫਿਰ ਜ਼ਿੰਮੇਵਾਰੀ ਸਾਰੀ ਗੁਰੂ ਦੀ ਹੁੰਦੀ ਹੈ। ਜਾਂ ਕੋ ਮਹਿਲ ਹਜੂਰ ਦੂਜੇ ਨਿਵਾ ਕਿਸ। ਕਹਿੰਦੇ ਫਿਰ ਜਿਹੜੀ ਰੂਹ ਨੂੰ, ਹਿਰਦੇ ਨੂੰ, ਆਤਮਾ ਨੂੰ ਸਿੱਧਾ ਹਜ਼ੂਰ ਸਾਹਮਣੇ ਉਹਦਾ ਘਰ ਦਿਸਣ ਲੱਗ ਜਾਏ ਮਹਿਲ, ਉਹ ਨਹੀਂ ਫਿਰ ਕਿਸੇ ਅੱਗੇ ਝੁਕਦਾ। ਉਹਨੂੰ ਫਿਰ ਸੰਸਾਰ ਦੀਆਂ ਹੋਰ ਚੀਜ਼ਾਂ ਝੁਕਾ ਨਹੀਂ ਸਕਦੀਆਂ। ਉਹਨੂੰ ਘਾਟੇ ਵਾਧੇ ਮਾਣ ਉਸ ਤੋਂ ਨਿੰਦਿਆ ਕੋਈ ਵੀ ਚੀਜ਼ ਝੁਕਾ ਨਹੀਂ ਸਕਦੀ, ਕਿਉਂਕਿ ਉਹਨੂੰ ਸਾਹਮਣੇ ਦਿਸਣ ਲੱਗ ਪਿਆ, ਉਹ ਦੂਜੇ ਅੱਗੇ ਨਿਭਦਾ ਨਹੀਂ। ਫਿਰ ਉਹਦੇ ਅੰਦਰ ਵਿਸ਼ਵਾਸ ਵੱਜ ਜਾਂਦਾ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਅਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮੰਨਿਓ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਵਖਾਨਿਓ। ਦੁਨੀਆ ਨੂੰ ਕਿਤਿਓਂ ਵੀ ਸੁੱਖ ਮਿਲਦੇ ਹੋਣ, ਪਰ ਸਾਧ ਸੰਗਤ ਸਿੱਖ ਉਹਨਾਂ ਨੂੰ ਕਦੇ ਅੱਖ ਥੱਲੇ ਵੀ ਨਹੀਂ ਧਰਦਾ। ਉਹਨੂੰ ਪਤਾ ਹੈ ਮੇਰਾ ਹਰ ਸੋਗ ਸੁੱਖ ਦੁੱਖ ਜਨਮ ਮਰਨ ਸਭ ਕੁਝ ਗੁਰੂ ਹੈ। ਉਹ ਗੁਰੂ ਤੋਂ ਸਿਵਾਏ ਕਿਤੇ ਵੀ ਨਹੀਂ ਜਾਂਦਾ। ਉਹਦੀ ਅਰਦਾਸ ਰਹਿੰਦੀ ਹੈ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬਿਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ। ਉਹਦੀ ਅਰਦਾਸ ਦੁੱਖ ਤੇ ਸੁੱਖ ਵਿੱਚ ਇੱਕ ਗੁਰੂ ਅੱਗੇ ਹੁੰਦੀ ਹੈ। ਦਰ ਦਰਵਾਣੀ ਨਾਹੇ ਮੂਲੇ ਪੁੱਛ ਤਿਸ। ਕਹਿੰਦੇ ਫਿਰ ਰੱਬ ਦੀ ਦਰਗਾਹ ਦਰ ਤੇ ਜਦੋਂ ਜਾਂਦੇ ਨੇ, ਉਹਨਾਂ ਰੂਹਾਂ ਨੂੰ ਮੂਲੋਂ ਵੀ ਕੋਈ ਉਹ ਰੱਬ ਦੇ ਜਮਾਂ ਦੇ ਦਰਵਾਨ ਪੁੱਛਦਾ ਹੀ ਨਹੀਂ ਤੁਸੀਂ ਕੌਣ ਹੋ। ਉਹਨਾਂ ਨੂੰ ਰਸਤੇ ਵਿੱਚ ਰੁਕਾਵਟ ਨਹੀਂ, ਉਹਨਾਂ ਨੂੰ ਉਸ ਰੱਬ ਦੀ ਦਰਗਾਹ ਵਿੱਚ ਕਿਸੇ ਤਰ੍ਹਾਂ ਦਾ ਅਪਮਾਨ ਨਹੀਂ। ਸਾਧ ਸੰਗਤ ਲੋਕ ਤੋਂ ਲੈ ਕੇ ਪਰਲੋਕ ਤੱਕ ਉਹਨਾਂ ਰੂਹਾਂ ਨੂੰ ਫਿਰ ਆਓ ਬੈਠ ਆਦਰ ਸ਼ੁਭ ਦਿਓ। ਰੇ ਰੇ ਦਰਗਾਹ ਕਹਿ ਨਾ ਕੋ ਆਓ ਬੈਠ ਆਦਰ ਸ਼ੁਭ ਦਿਓ। ਰੇ ਹਿੰਦੀ ਵਿੱਚ ਕਹਿੰਦੇ ਨੇ ਓਏ, ਜੇ ਕਹਿਣਾ ਹੋਏ ਪੰਜਾਬੀ 'ਚ ਤਾਂ ਸਾਧ ਸੰਗਤ ਉਹਨਾਂ ਨੂੰ ਕੋਈ ਓਏ ਕਰਕੇ ਵੀ ਨਹੀਂ ਬੁਲਾਉਂਦਾ, ਉਹਨਾਂ ਨੂੰ ਜੀ ਕਰਕੇ ਮਾਣ ਸਨਮਾਨ ਮਿਲਦਾ ਹੈ। ਇਸ ਤਰ੍ਹਾਂ ਮਹਾਰਾਜ ਸਮਝਾਉਂਦੇ ਫਿਰ ਰੱਬ ਦੇ ਦਰ ਉੱਤੇ ਕੋਈ ਦਰਵਾਨ ਪੁੱਛਦਾ ਨਹੀਂ ਹੈ। ਛੁੱਟੈ ਤਾਂ ਕੈ ਬੋਲ ਸਾਹਿਬ ਨਦਰ ਜਿਸ। ਕਹਿੰਦੇ ਭਾਈ ਉਹ ਸਾਹਿਬ ਦੀ ਨਜ਼ਰ ਬਖਸ਼ਿਸ਼ ਦੇ ਨਾਲ ਉਹ ਸੰਸਾਰ ਦੇ ਬੰਧਨਾਂ ਤੋਂ ਛੁੱਟ ਜਾਂਦੇ ਹਨ। ਉੱਥੇ ਵੀ ਮਾਣ ਮਿਲਦਾ ਹੈ, ਇੱਥੇ ਵੀ ਸੰਸਾਰ ਦੇ ਲੋਕ ਕਹਿੰਦੇ ਨੇ ਧੰਨ 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 ਜਨ ਆਇਆ ਜਿਸ ਪਰ ਸਾਧ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸਵਾਉ ਜਨ ਕੈ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇੱਥੇ ਵੀ ਵਡਿਆਈਆਂ ਤੇ ਨਮਸਕਾਰ ਹੈ। ਕਲਿਆਣੀ ਆਪ ਜਿਸ ਨਾਹੀ ਦੂਜਾ ਮਤੈ ਕੋਏ। ਕਹਿੰਦੇ ਭਾਈ ਕੱਲੇ ਤੇ ਆਣੇ ਅਕਾਲ ਪੁਰਖ ਵਾਹਿਗੁਰੂ ਆਪ ਹੀ ਘੱਲਦਾ। ਆਣੇ ਦਾ ਅਰਥ ਵਾਪਸ ਆਪ ਹੀ ਸੱਦਦਾ, ਆਪ ਜਿਸ ਦੂਜਾ ਮਤੈ ਨਾਹੀ ਕੋਈ। ਜਦੋਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਭੇਜਣ ਤੇ ਸੱਦਣ ਵਾਲਾ ਹੈ, ਫਿਰ ਉਹ ਜਪਣ ਵਾਲੇ ਦਾ ਕਿੱਦਾਂ ਉਹਦੇ ਤੇ ਰਹਿੰਦਾ ਹੈ। ਜਨਮ ਮਰਨ ਉਹਦੇ ਹੱਥ ਹੈ, ਇਸ ਲਈ ਵਿਸ਼ਵਾਸ ਹੀ ਉਹ ਤੇ ਰੱਖਦਾ, ਉਹਦਾ ਭਰੋਸਾ ਹੋਰ ਕਿਸੇ ਤੇ ਨਹੀਂ। ਤਾਹੇ ਉਸਾਰੇ ਸਾਜ ਜਾਣੈ ਸਭ ਸੋਏ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸ੍ਰਿਸ਼ਟੀ ਨੂੰ ਬਣਾਉਂਦਾ, ਆਪੇ ਢਾ ਦਿੰਦਾ। ਇਹ ਜਨਮ ਮਰਨ, ਇਹ ਵਿਨਾਸ਼, ਇਹ ਉਤਪਤੀ
ਸਭ ਕੁਝ ਉਹਦੇ ਹੱਥ ਹੈ। ਜਪਣ ਵਾਲੇ ਦੇ ਅੰਦਰ ਆ ਵਿਸ਼ਵਾਸ ਪੱਕਾ ਹੁੰਦਾ ਹੈ। ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ। ਕਹਿੰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਉੱਤੇ ਤੁਹਾਡੀ ਨਦਰ, ਕਿਰਪਾ, ਬਖਸ਼ਿਸ਼, ਕਰਮ ਮਹਿਰਾਮਤ ਹੋ ਜਾਏ, ਉਹਨਾਂ ਨੂੰ ਤੁਸੀਂ ਨਾਮ ਦੀ ਬਖਸ਼ਿਸ਼ ਕਰਦੇ ਹੋ। ਉਹ ਤੁਹਾਡੇ ਉੱਤੇ ਬਖਸ਼ਿਸ਼ਾਂ, ਕਿਰਪਾ ਇਸ ਤਰ੍ਹਾਂ ਗੁਰੂ ਵਰਤਾ ਦਿੰਦਾ ਹੈ। ਜਦੋਂ ਆ ਚਾਰ ਚੀਜ਼ਾਂ ਚੋਂ ਗੁਜ਼ਰਦਾ ਹੈ, ਫਿਰ ਸਾਧ ਸੰਗਤ ਅਕਾਲ ਪੁਰਖ ਨਦਰ ਕਿਰਪਾ ਕਰਕੇ ਪੱਕਾ ਹੀ ਉਹਨੂੰ ਨਾਉ ਬਖਸ਼ਿਸ਼ ਕਰ ਦਿੰਦਾ ਹੈ। ਫਿਰ ਉਹ ਉੱਠਦਿਆਂ ਬਹਿੰਦਿਆਂ ਆਪਣੇ ਆਪ ਜਪਦਾ ਹੈ, ਉਹਨੂੰ ਜਪਣ ਦੀ ਜ਼ਰੂਰਤ ਨਹੀਂ ਪੈਂਦੀ। ਇੱਥੋਂ ਤੱਕ ਸਾਧ ਸੰਗਤ ਉਹਦਾ ਬੋਲਣਾ, ਤੁਰਨਾ, ਫਿਰਨਾ, ਕਰਨਾ, ਵੇਖਣਾ ਸਭ ਕੁਝ ਨਾਮ ਹੋ ਜਾਂਦਾ ਹੈ। ਸਾਹਮਣੇ ਜੋ ਸਰੀਰ ਦਿਸਦਾ ਹੈ ਉਹਨੂੰ ਅਕਾਲ ਪੁਰਖ ਹੀ ਉਹਦੇ ਚੋਂ ਨਜ਼ਰ ਆਉਂਦਾ ਹੈ। ਉਹਦੇ ਅੰਦਰੋਂ ਬੈਰ ਵਿਰੋਧ ਸਭ ਕੁਝ ਮੁੱਕ ਜਾਂਦੇ। ਪਾਤਸ਼ਾਹ ਬਖਸ਼ਿਸ਼ ਕਰਦੇ, ਭਾਈ ਜਿਨ੍ਹਾਂ ਉੱਤੇ ਨਦਰ ਕਿਰਪਾ ਹੁੰਦੀ ਉਹਨਾਂ ਨੂੰ ਹੀ ਇਹ ਨਾਉ ਅਕਾਲ ਪੁਰਖ ਬਖਸ਼ਿਸ਼ ਕਰਦੇ ਹਨ। ਸੋ ਸਾਧ ਸੰਗਤ, ਇਹ ਸੀ ਸਤਿਗੁਰ ਜੀ ਦਾ ਮੁੱਖ ਵਾਕ। ਆਓ ਲੜੀਵਾਰ ਸ਼ਬਦ ਨਾਲ ਜੁੜੀਏ। ਅੱਜ ਦੇ ਪਾਵਨ ਸ਼ਬਦ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਲੜੀਵਾਰ ਸ਼ਬਦ ਹੈ, ਬਿਲਾਵਲ ਰਾਗ ਅੰਦਰ। ਇਹਦੇ ਅੰਦਰ ਵੀ ਪਾਤਸ਼ਾਹ ਨੇ ਇਹੋ ਬਖਸ਼ਿਸ਼ ਕੀਤੀ ਹੈ। ਬਿਲਾਵਲ ਮਹੱਲਾ ਨਾਵਾਂ, ਹਰ ਕੇ ਨਾਮ ਬਿਨਾ ਦੁਖ ਪਾਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਜੇ ਉਹ ਨਾਉ ਪ੍ਰਾਪਤ ਨਾ ਹੋਵੇ ਜਿਹੜਾ ਕਰਮ ਬਖਸ਼ਿਸ਼ ਨਾਲ ਮਿਲਦਾ ਹੈ, ਤਾਂ ਨੁਕਸਾਨ ਕੀ ਹੈ? ਪਾਤਸ਼ਾਹ ਕਹਿੰਦੇ, ਭਾਈ ਉਹ ਜੀਵ ਆਤਮਾ ਸਦਾ ਹੀ ਦੁੱਖ ਪਾਉਂਦੀ ਹੈ। ਉਹਨਾਂ ਕੋਲ ਸੰਸਾਰ ਦੇ ਪਦਾਰਥ ਬਹੁਤ ਨੇ, ਪਰ ਉਹਨਾਂ ਦੇ ਕੋਲ ਸੁੱਖ ਤੇ ਸਕੂਨ ਨਹੀਂ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਜੇ ਇਕੱਲੀ ਬਾਹਰਲੀ ਅਕੈਡਮਿਕ ਐਜੂਕੇਸ਼ਨ ਨਾਲ, ਪੈਸੇ ਨਾਲ, ਪ੍ਰਭਤਾ ਦੇ ਨਾਲ ਲੋਕ ਸੁਖੀ ਹੁੰਦੇ ਹੋਣ, ਤਾਂ ਵੱਡੇ ਵੱਡੇ ਅਮੀਰ ਅਰਬਾਂਪਤੀ ਲੋਕ ਕਦੇ ਦੁਖੀ ਨਾ ਹੋਣ। ਸਾਧ ਸੰਗਤ, ਤੁਸੀਂ ਨਿਰੀਖਣ ਕਰਕੇ ਵੇਖੋ, ਕੱਲਾ ਹਿੰਦੁਸਤਾਨ ਇਹ ਦੇਸ਼ ਦਾ ਨਹੀਂ, ਪੂਰੇ ਵਰਲਡ ਲੈਵਲ ਤੇ ਜਿੰਨੇ ਲੋਕ ਸੁਸਾਈਡ ਕਰਦੇ ਨੇ, ਆਤਮ ਹੱਤਿਆ ਕਰਦੇ ਨੇ, ਪੂਰੀ ਦੁਨੀਆ ਵਿੱਚ 35% ਲੋਕ ਆਤਮ ਹੱਤਿਆ ਕਰਦੇ। ਉਹਨਾਂ ਵਿੱਚ ਮਾਫ ਕਰਿਓ, ਗਰੀਬ ਤਾਂ ਤੁਹਾਨੂੰ 1 ਤੋਂ ਅੱਧਾ % ਵੀ ਨਹੀਂ ਮਿਲਣਗੇ। ਸਭ ਤੋਂ ਵੱਡੇ ਵੱਡੇ ਅਮੀਰ ਅਰਬਾਂ ਖਰਬਾਂਪਤੀ ਲੋਕ ਜਿਹੜੇ ਕਿਸੇ ਮੁਕਾਮ ਤੇ ਪਹੁੰਚੇ ਹੋਏ, ਉਹ ਬੰਦੇ ਆਤਮ ਹੱਤਿਆ ਕਰ ਲਏ। ਜਿਨ੍ਹਾਂ ਦਾ ਬਾਲੀਵੁੱਡ ਵਿੱਚ, ਹਾਲੀਵੁੱਡ 'ਚ ਨਾਮ ਹੈ, ਜਿਨ੍ਹਾਂ ਦੇ ਕੋਲ ਅਰਬਾਂ ਖਰਬਾਂ ਦੀ ਜਾਇਦਾਦ ਹੈ, ਲੋਕ ਆਤਮ ਹੱਤਿਆ ਕਰ ਲੈਂਦੇ। ਕਿਉਂ? ਕਿਉਂਕਿ ਪਾਤਸ਼ਾਹ ਨੇ ਨਿਰਣਾ ਦਿੱਤਾ, ਭਾਈ ਸੁੱਖ ਨਾਹੀਂ ਬਹੁਤੇ ਧਨ ਖੱਟੇ, ਸੁੱਖ ਨਾਹੀਂ ਪੇਖੈ ਨਿਰਤ ਨੱਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ। ਮਾਰੇ ਫਿਰ ਕਿੱਥੇ ਸੁੱਖ ਹੈ? ਕਹਿੰਦੇ ਸਰਬ ਸੁੱਖਾਂ ਹਰ ਹਰ ਗੁਣ ਗਾਏ। ਵਾਹਿਗੁਰੂ ਦੇ ਗੁਣ ਗਾਇਆ ਕਰ, ਘਾਟੇ ਵਾਧੇ ਤੇ ਚੱਲਦੇ ਰਹਿਣਗੇ। ਤੂੰ ਨਾਮ ਜਪ, ਉਹਦੇ ਵਿੱਚੋਂ ਸੁੱਖ ਮਿਲੇਗਾ। ਜੇ ਨਾ ਜਪਿਆ ਤਾਂ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਭਾਈ ਦੱਸ ਦਿੱਤਾ ਅੱਗੇ ਤੇਰੀ ਮਰਜ਼ੀ ਹੈ ਕਿ ਹਰ ਕੇ ਨਾਮ ਬਿਨਾਂ ਦੁੱਖ ਭਾਵੇ। ਇਹ ਦੁੱਖ ਨਾਮ ਤੋਂ ਬਗੈਰ ਹਨ। ਭਗਤ ਬਿਨਾ ਸਹਸਾ ਨਹਿ ਚੂਕੈ, ਗੁਰ ਇਹੋ ਭੇਦ ਬਤਾਵੇ। ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸੋ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਜ ਉਪਜੈ, ਇਹ ਸਹਸਾ ਇਹ ਬੁਝਾਏ। ਗੁਰੂ ਦੇ ਸ਼ਬਦ ਕਿਰਪਾ ਨਾਲ ਸਹਸਾ ਮੁੱਕਦਾ। ਜੇ ਨਾਮ ਨਹੀਂ ਜਪਿਆ ਤਾਂ ਮਹਾਰਾਜ ਕਹਿੰਦੇ, ਭਗਤ ਬਿਨਾ ਸਹਸਾ ਨਾ ਚੁੱਕੈ। ਇਹ ਤੇਰੇ ਸ਼ੰਕੇ ਕਦੇ ਮੁੱਕਣੇ ਨਹੀਂ। ਤੂੰ ਅਮੀਰ ਵੀ ਹੋ ਜਾਣਾ ਤਾਂ ਵੀ ਰੱਬ ਨਾਲ ਰੋਸ ਹੀ ਕਰਦਾ ਰਹੇਗਾ, ਕਿਉਂਕਿ ਅੱਗੇ ਤੋਂ ਅੱਗੇ ਸੰਸਾਰ ਦਿਸਦਾ ਰਹੇਗਾ। ਤੇਰੇ ਅੰਦਰ ਰੋਸ ਤੇ ਦੁੱਖ ਪੈਦਾ ਹੁੰਦੇ ਰਹਿਣਗੇ। ਰਹਾਉ ਕਹਾ ਭਇਓ ਤੀਰਥ ਬ੍ਰਤ ਕੀਏ, RAM ਸਰਣ ਨਹੀਂ ਆਵੇ। ਗੁਰੂ ਨੇ ਇਹ ਭੇਦ ਬਤਾ ਦਿੱਤਾ ਵਿਚਲੀ ਗੱਲ ਦਾ। ਹੁਣ ਤੁਸੀਂ ਮਾਫ ਕਰਿਓ, ਕੀ ਅਮੀਰ ਲੋਕ ਪੂਜਾ ਪਾਠ ਨਹੀਂ ਕਰਦੇ? ਨਾਮ ਦੀ ਕਿਰਪਾ ਦਾ ਸਬੰਧ ਮਾਫ ਕਰਿਓ, ਅਮੀਰੀ ਗਰੀਬੀ ਨਾਲ ਨਹੀਂ। ਹੋ ਸਕਦਾ ਕਿਸੇ ਨੂੰ ਮਹਿਲ ਪਕੜ ਲੈ, ਤੇ ਹੋ ਸਕਦਾ ਕਿਸੇ ਨੂੰ ਕੁੱਲੀ ਨੇ ਵੀ ਪਕੜਿਆ ਹੋਵੇ। ਹੋ ਸਕਦਾ ਹੀਰਿਆਂ ਦੀ ਜਕੜ ਵਿੱਚ ਕੋਈ ਹੋਵੇ, ਪਰ ਹੋ ਸਕਦਾ ਕੋਈ ਪੱਥਰਾਂ ਨਾਲ ਮੋਹ ਪਾ ਕੇ ਵੀ ਬਹਿ ਜਾਏ। ਇਸ ਲਈ ਸਾਧ ਸੰਗਤ, ਪਾਤਸ਼ਾਹ ਨੇ ਬਚਨ ਸਮਝਾਏ। ਕਹਿੰਦੇ, ਭਾਈ ਸੰਸਾਰ ਦੇ ਅਮੀਰ ਲੋਕ ਜ਼ਿਆਦਾ ਤੀਰਥ ਕਰਦੇ ਨੇ, ਵਰਤ ਕਰਦੇ ਨੇ, ਸੰਜਮ ਕਰਦੇ ਨੇ, ਪੂਜਾ ਪਾਠ ਕਰਾਉਂਦੇ ਨੇ। ਤੁਸੀਂ ਹੈਰਾਨ ਹੋਵੋਗੇ, ਉਹਨਾਂ ਨੇ ਬੱਚੇ ਦੇ ਜਨਮ ਤੋਂ ਪਹਿਲਾਂ ਵੀ ਘਰ ਦੇ ਅੰਦਰ ਵੜਨ ਲੱਗਿਆਂ ਗੰਢ ਮੂਲ ਟਾਈਮ ਸਭ ਕੁਝ, ਗੁਸਤਾਖੀ ਮਾਫ। ਅਰਬਾਂ ਖਰਬਾਂਪਤੀ ਲੋਕਾਂ ਨੇ ਪੱਕੇ ਤਨਖਾਹ ਤੇ ਘਰ ਵਿੱਚ ਵਿਦਵਾਨ ਲੋਕ ਪੂਜਾ ਪਾਠ ਲਈ ਰੱਖੇ ਹੋਏ ਨੇ, ਪੰਡਤ ਰੱਖੇ ਹੋਏ ਨੇ। ਜਿਹੜਾ ਪੱਕਾ ਉਹ ਘਰਾਣੇ ਦਾ ਪੰਡਤ ਹੈ,
ਜਿਵੇਂ ਲੋਕ ਫੈਮਿਲੀ ਡਾਕਟਰ ਕਹਿੰਦੇ ਨੇ, ਇਦਾਂ ਸਾਧ ਸੰਗਤ ਫੈਮਿਲੀ ਧਰਮ ਪੂਜਾ ਕਰਨ ਵਾਲੇ ਰੱਖੇ ਹੋਏ ਨੇ। ਉਹ ਅਮੀਰ ਬੰਦੇ ਉਹਨਾਂ ਕੋਲੋਂ ਪੁੱਛ ਕੇ ਪੂਜਾ ਪਾਠ ਕਰਾਉਂਦੇ ਨੇ, ਸਭ ਕੁਝ ਕਰਨ ਦੇ ਬਾਵਜੂਦ ਫਿਰ ਵੀ ਸੰਸਾਰ ਵਿੱਚ ਦੁੱਖ, ਫਿਰ ਵੀ ਸੰਸਾਰ ਵਿੱਚ ਨਮੋਸ਼ੀ, ਫਿਰ ਵੀ ਲੋਕ ਉਹ ਆਤਮ ਹੱਤਿਆ ਸੁਸਾਈਡ ਕਰਦੇ ਨੇ। ਕਿਉਂ? ਅੱਜ ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰਦੇ, ਕਹਿੰਦੇ ਤੀਰਥ ਵਰਤ ਕੀਤੇ ਸੰਜਮ ਕਰਮ, ਕਹਿੰਦੇ ਭਾਈ ਇਹ ਕਿਸੇ ਕੰਮ ਨਹੀਂ ਆਉਂਦੇ, ਕਿਉਂਕਿ ਅਸਲੀਅਤ ਤੂੰ ਸਮਝਿਆ ਹੀ ਨਹੀਂ। ਜੋਗ ਜਗ ਨਿਫਲ ਤੇਹ ਮਾਨੋ, ਜੋ ਪ੍ਰਭ ਜਸ ਬਿਸਰਾਵੈ। ਅਸਲੀਅਤ ਸਚਾਈ ਇਹ ਸੀ, ਤੂੰ ਸ਼ਰਨ ਵਿੱਚ ਆਉਣਾ, ਅਕਾਲ ਪੁਰਖ ਨੂੰ ਸਮਰਪਣ ਸਰੈਂਡਰ ਹੋਣਾ। ਘੱਟ ਵੀ ਜਪ ਹੋਵੇ ਪਰ ਤੂੰ ਕਹੇ ਮਹਾਰਾਜ ਮੇਰਾ ਮੁਝ ਮੈਂ ਕਿਛ ਨਹੀਂ, ਉਹਦੇ ਅੱਗੇ ਸਮਰਪਣ ਹੋਣਾ, ਢਹਿ ਪੈਣਾ। ਉਹ ਸਭ ਤੋਂ ਵੱਡੀ ਭਗਤੀ ਹੈ। ਤੂੰ ਕੀਤੇ ਹੋਏ ਕਰਮਾਂ ਕਰਕੇ ਅਹੰਕਾਰ ਵਿੱਚ ਆ ਜਾਂਦਾ, ਇਸ ਲਈ ਜੋਗ ਜਗ ਨਿਫਲ ਤੇ ਜਨੋ ਸਭ ਕੁਝ ਵਿਅਰਥ ਹੈ। ਅੱਗੇ ਮਹਾਰਾਜ ਕਹਿੰਦੇ ਇਹ ਸਭ ਕੁਝ ਕਰਨ ਨਾਲ ਤੇ ਮਨ ਨੂੰ ਜੋ ਪ੍ਰਭ ਜਸ ਵਿਸਰਾਵੇ। ਕਿਉਂ? ਜਿਨ੍ਹਾਂ ਨੂੰ ਰੱਬ ਦਾ ਜਸ ਭੁੱਲ ਗਿਆ, ਪਰਮਾਤਮਾ ਵਾਹਿਗੁਰੂ ਦੀ ਬੰਦਗੀ ਭੁੱਲ ਗਈ। ਇਹੀਓ ਗੱਲ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਇੱਕ ਸ਼ਬਦ ਵਿੱਚ ਕਹੀ, ਅਵਰ ਕਿਰਿਆ ਸਭ ਬਿਰਥੇ, ਜਪ ਤਪ ਸੰਜਮ ਕਰਮ ਕਮਾਣੇ। ਮਹਾਰਾਜ ਕਮਾਏ ਨੇ, ਕਹਿੰਦੇ ਇਹ ਓਰੇ ਮੁੱਸੇ, ਇਹ ਤਾਂ ਇੱਥੇ ਖੋ ਲੈਣੇ, ਕਿਉਂਕਿ ਤੂੰ ਮੰਗ ਜੂ ਰਿਹਾ ਉਹਨਾਂ ਦੇ ਬਦਲੇ ਬਹੁਤ ਕੁਝ, ਉਹ ਤਾਂ ਖਤਮ ਹੋ ਗਏ ਨਾਲ ਦੀ ਨਾਲ। ਤੂੰ ਰੱਬ ਨੂੰ ਪਾਉਣ ਵਾਸਤੇ ਨਹੀਂ ਕੀਤੇ, ਆਪਣੇ ਸੁੱਖਾਂ ਵਾਸਤੇ ਕੀਤੇ, ਇਸ ਲਈ ਖੋ ਲੈ ਗਏ। ਇਹ ਉਰੇ ਮੁੱਸੇ, ਜਪ ਤਪ ਸੰਜਮ ਕਰਮ ਕਮਾਣੇ, ਇਹ ਉਰੇ ਮੁੱਸੇ, ਇਹ ਉਰੇ ਹੀ ਖੋ ਲੈ ਜਾਂਦੇ ਹਨ। ਇਸੇ ਲਈ ਪ੍ਰਵਾਨ ਨਹੀਂ ਤਾਂ ਮਹਾਰਾਜ ਕਹਿੰਦੇ ਪ੍ਰਭੂ ਦਾ ਜਸ ਵਿਸਰ ਗਿਆ। ਇਹ ਸਭ ਕੁਝ ਕੀਤੇ ਜੋਗ ਮਤ ਅਨੁਸਾਰ ਜਗ ਨਿਫਲ ਹੁੰਦੇ ਹਨ। ਮਾਨ ਮੋਹ ਦੋਨੋਂ ਕੋ ਪਰ ਹਰ, ਗੋਬਿੰਦ ਕੇ ਗੁਣ ਗਾਵੇ। ਕਹਿੰਦੇ ਮਾਨ ਮੋਹ ਦੋਨੋਂ ਪਰ, ਇਹ ਆਪਣਾ ਮਾਨ ਅਹੰਕਾਰ ਤੇ ਮੋਹ ਛੱਡ ਕੇ ਭਾਈ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਆ ਕਰ। ਇਹੀ ਗੁਰੂ ਨੇ ਭੇਦ ਦੱਸਿਆ, ਇਹੀ ਤਰੀਕਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਪ੍ਰਵਾਨ ਹੋਣ ਦਾ। ਕਹੋ ਨਾਨਕ ਇਹ ਬਿਦ ਕੋ ਪ੍ਰਾਨੀ, ਜੀਵਨ ਮੁਕਤ ਕਹਾਵੇ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਹੀ ਟੈਕਨੀਕ ਰਸਤਾ ਵਿਦ ਹੈ। ਹੇ ਭਾਈ, ਹੇ ਪ੍ਰਾਣੀ, ਜੀਵਨ ਮੁਕਤ ਹੋਣ ਦਾ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਆ ਕਰ, ਉਹਦਾ ਸ਼ੁਕਰਾਨਾ ਕਰ, ਉਹਦੇ ਚਰਨਾਂ ਵਿੱਚ ਉੱਠਦਿਆਂ ਬਹਿੰਦਿਆਂ ਅਰਦਾਸ ਕਰ। ਇਹ ਕਿਹਾ ਕਰ ਪਾਤਸ਼ਾਹ ਜੀ, ਨਾਨਕ ਕੀ ਬੇਨੰਤੀ ਹਰ ਪੈ ਆਪਣਾ ਨਾਮ ਜਪਾਵੋ। ਇੱਕ ਵਾਰ ਫਿਰ ਸਮਾਪਤੀ ਤੋਂ ਪਹਿਲਾਂ ਅਰਦਾਸ ਕਰ ਦਿਓ, ਕਹਿ ਦਿਓ ਪਿਆਰ ਵਿੱਚ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ। ਅਰਦਾਸ ਕਰਨੀ ਸਾਧ ਸੰਗਤ, ਕਰੋ ਕਿਰਪਾ ਸਰਵ ਕੇ ਦਾਤੇ, ਏਕ ਰੂਪ ਲਿਵ ਲਾਵੋ, ਨਾਨਕ ਕੀ ਬੇਨੰਤੀ ਹਰ ਪੈ ਆਪਣਾ ਨਾਮ ਜਪਾਵੋ। ਜਦੋਂ ਸਮਰਪਣ ਹੋ ਗਏ ਫਿਰ ਜ਼ਿੰਮੇਵਾਰੀ ਗੁਰੂ ਰਾਮਦਾਸ ਮਹਾਰਾਜ ਦੀ ਆਪਣੇ ਆਪ ਜਪਾਉਣਗੇ। ਸਾਧ ਸੰਗਤ ਸਤਿਗੁਰੂ ਕਿਰਪਾ ਕਰਨ, ਕੋਈ ਕੁੱਕਰ ਕੋਈ ਪਸ਼ੂ ਮਾਲਕ ਦੇ ਦਰ ਤੇ ਬੰਨਿਆ ਜਾਏ, ਫਿਰ ਦੇਣਾ ਲੈਣਾ ਪੱਠੇ ਪਾਣੀ ਪਾਉਣਾ ਮਾਲਕ ਦੀ ਜ਼ਿੰਮੇਵਾਰੀ। ਆਪਾਂ ਗੁਰੂ ਨੂੰ ਸਮਰਪਿਤ ਹੋਈਏ, ਸਭ ਫਿਰ ਸਤਿਗੁਰੂ ਆਪ ਕਿਰਪਾ ਬਖਸ਼ਿਸ਼ ਕਰਨਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਾਧ ਸੰਗਤ ਕੱਲ ਦੀ ਇੱਕ ਹਾਜ਼ਰੀ ਹੋਰ ਹੈ, ਆਓ ਸਤਿਗੁਰ ਜੀ ਦੀ ਬਖਸ਼ਿਸ਼ ਲਈਏ। ਆਖਰੀ ਪੰਕਤੀਆਂ ਦਾ ਪਾਠ ਕਰਕੇ ਫਿਰ ਸਮਾਪਤੀ ਹੈ ਜੀ। ਮਾਨ ਮੋਹ ਦੋਨੋਂ ਕੋ ਪਰ ਹਰ, ਗੋਬਿੰਦ ਕੇ ਗੁਣ ਗਾਵੇ। ਕਹੋ ਨਾਨਕ ਇਹ ਬਿਦ ਕੋ ਪ੍ਰਾਨੀ, ਜੀਵਨ ਮੁਕਤ ਕਹਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ